ਸ਼ਾਮ ਵਾਲੇ ਸ਼ੋਅ ਦੇ ਵਿੱਚ ਹੁਣ ਸਮਾਂ ਹੈ ਸਾਡੇ ਖਬਰ ਚਰਚਾ ਸੈਗਮੈਂਟ ਦਾ। ਅੱਜ ਤੋਂ ਸਾਡੀ ਟੀਮ ਦੇ ਵਿੱਚ ਇੱਕ ਸੀਨੀਅਰ ਜਰਨਲਿਸਟ ਸਰਬਜੀਤ ਪੰਦੇਰ ਜੀ ਸਾਡੀ ਟੀਮ ਦੇ ਮੈਂਬਰ ਬਣ ਰਹੇ ਨੇ। ਸੋ ਗੋਇੰਗ ਫਾਰਵਰਡ ਖਬਰ ਚਰਚਾ ਸੈਗਮੈਂਟ ਦੇ ਵਿੱਚ ਸਰਬਜੀਤ ਪੰਦੇਰ ਜੀ ਸਾਡੇ ਨਾਲ ਸ਼ਾਮਲ ਹੋਇਆ ਕਰਨਗੇ। ਉਹਨਾਂ ਦਾ ਸਵਾਗਤ ਕਰਦੇ ਹਾਂ। ਸਰਬਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰਬਜੀਤ ਜੀ ਜੇ ਖਬਰਾਂ ਦਾ ਸਿਲਸਿਲਾ ਸ਼ੁਰੂ ਕਰੀਏ ਤੇ ਅੱਜ ਦੀ ਜਿਹੜੀ ਸਭ ਤੋਂ ਵੱਡੀ ਖਬਰ ਤਾਂ ਇਹੀ ਹੈ, ਮੈਨੂੰ ਲੱਗਦਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਿਰੋਜ਼ਪੁਰ ਆ ਰਹੇ ਨੇ, ਵਿਸ਼ਾਲ ਰੈਲੀ ਕਰ ਰਹੇ ਨੇ ਤੇ ਬੜੇ ਦਿਨਾਂ ਤੋਂ ਇਸ ਰੈਲੀ ਦਾ ਜ਼ਿਕਰ ਸੀ ਕਿ ਹੋ ਸਕਦਾ ਕਿ ਉਹਨਾਂ ਵੱਲੋਂ ਕੋਈ ਬਹੁਤ ਵੱਡਾ ਐਲਾਨ ਕੀਤਾ ਜਾਵੇ ਜਿਹਦਾ ਸਿੱਧਾ ਪ੍ਰਭਾਵ ਪੰਜਾਬ ਦੇ ਵਿੱਚ ਹੋਣ ਵਾਲੀਆਂ ਚੋਣਾਂ ਤੇ ਵੇਖਣ ਨੂੰ ਮਿਲੇ। ਸੋ ਅੱਜ ਦੀ ਰੈਲੀ ਤੋਂ ਕੀ ਐਕਸਪੈਕਟੇਸ਼ਨਸ ਨੇ ਜੀ? ਵਾਸੂ ਜੀ, ਜਿਹੜੀ ਕਿਸਾਨ ਅੰਦੋਲਨ ਜਿਹੜਾ ਹੋਇਆ ਸੀ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਆਲਮੋਸਟ ਸਾਲ ਤੋਂ ਉੱਤੇ ਬੈਠੇ ਰਹੇ ਕਿਸਾਨ, ਉਹਨਾਂ ਨੇ ਸੰਘਰਸ਼ ਕੀਤਾ। ਤਿੰਨ ਜਿਹੜੇ ਖੇਤੀ ਕਾਨੂੰਨ ਉਹਨਾਂ ਦੇ ਖਿਲਾਫ ਬੜਾ ਦੱਬ ਕੇ ਮੁਜ਼ਾਹਰਾ ਵੀ ਹੋਇਆ ਔਰ ਇਹ ਕੌਮਾਂਤਰੀ ਤੌਰ ਦੇ ਉੱਤੇ ਇਸ ਅੰਦੋਲਨ ਨੂੰ ਮਕਬੂਲੀਅਤ ਵੀ ਮਿਲੀ। ਸਾਰੇ ਪਾਸੇ ਕਿਸਾਨਾਂ ਦੇ ਜਿਹੜੇ ਮੁੱਦੇ ਸੀ ਉਹ ਪ੍ਰਚੰਡ ਰੂਪ ਦੇ ਵਿੱਚ ਲੋਕਾਂ ਦੇ ਸਾਹਮਣੇ ਵੀ ਆਏ। ਇਹਦੇ ਉੱਤੇ ਸਿਆਸੀ ਲੈਵਲ ਤੇ ਸਮਾਜਿਕ ਲੈਵਲ ਤੇ ਬਹੁਤ ਵੱਡੀ ਬਹਿਸ ਵੀ ਛਿੜੀ। ਉਸ ਅੰਦੋਲਨ ਤੋਂ ਬਾਅਦ ਜਿੱਦਣ ਤੋਂ ਸ਼ੁਰੂ ਹੋਇਆ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਦੇ ਵਿੱਚ ਪਹਿਲੀ ਫੇਰੀ ਹੈ। ਰਾਦਰ ਮੈਨੂੰ ਜਿਹੜੀ ਯਾਦ ਹੈ ਕਿ ਸ਼ਾਇਦ ਪਿਛਲੀਆਂ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਸੀ ਉਹਨਾਂ ਤੋਂ ਬਾਅਦ ਪਹਿਲੀ ਵਾਰੀ ਪੰਜਾਬ 'ਚ ਆ ਰਹੇ। ਪਰ ਨਾਲ ਦੀ ਨਾਲ ਇਹਦੇ ਵਿੱਚ ਜਿਹੜਾ ਸੀਗਾ ਜੀ ਇਹ ਦੱਸਿਆ ਜਾ ਰਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨਾਲ ਸਟੇਜ ਤੇ ਹੋਣਗੇ, ਹੋਰ ਬੀਜੇਪੀ ਦੇ ਲੀਡਰਸ ਵੀ ਹੋਣਗੇ। ਜਿਹੜੀ ਇਹ ਜਿਹੜਾ ਇੱਕ ਅਲਾਇੰਸ ਬਣ ਰਿਹਾ ਬੀਜੇਪੀ ਦਾ, ਕੈਪਟਨ ਅਮਰਿੰਦਰ ਸਿੰਘ ਦਾ, ਪੰਜਾਬ ਲੋਕ ਕਾਂਗਰਸ ਦਾ ਔਰ ਸੁਖਦੇਵ ਸਿੰਘ ਢੀਂਡਸਾ ਉਹਨਾਂ ਦੀ ਜਿਹੜੀ ਅਕਾਲੀ ਦਲ ਅਕਾਲੀ ਫੈਕਸ਼ਨ ਆ, ਉਹਨਾਂ ਦਾ ਜਿਹੜਾ ਇੱਕ ਅਲਾਇੰਸ ਹਾਲੇ ਫਾਰਮਲੀ ਬੇਸ਼ੱਕ ਅਨਾਉਂਸ ਹੋਣਾ ਅੱਜ, ਸ਼ਾਇਦ ਉਹਦੀ ਗੱਲ ਵੀ ਹੋ ਸਕਦੀ ਹੈ। ਪਰ ਉਹਨਾਂ ਦੀ ਜਿਹੜਾ ਚੋਣ ਜਿਹੜੀ ਕੈਂਪੇਨ ਆ ਉਹਦਾ ਬਿਗਲ ਅੱਜ ਵੱਜੇਗਾ ਤੇ ਇਹਦੇ ਵਿੱਚ ਬਹੁਤ ਸਾਰੀਆਂ ਲੋਕਾਂ ਦੇ ਕੋਲੇ ਕਾਰਸਰਾਈਆਂ ਨੇ। ਕਈ ਤਾਂ ਇੱਥੇ ਤੱਕ ਵੀ ਕਹਿੰਦੇ ਨੇ ਸ਼ਾਇਦ ਪ੍ਰਧਾਨ ਮੰਤਰੀ ਅੱਜ ਚੰਡੀਗੜ੍ਹ ਦਾ ਪੰਜਾਬ 'ਚ ਸ਼ਾਮਲ ਹੋਣ ਦਾ ਐਲਾਨ ਕਰ ਦੇਣ ਜਾਂ ਜਿਹੜੇ ਹੈਗਾ ਮੁਕੰਮਲ ਕਰਜ਼ਾ ਮਾਫੀ ਵੀ ਕਰ ਦੇਣ। ਪਰ ਜਿਹੜੀ ਆਫੀਸ਼ੀਅਲ ਤੌਰ ਦੇ ਉੱਤੇ ਗੱਲ ਆ ਰਹੀ ਹੈ ਜਾਂ ਜਿਹੜਾ ਪ੍ਰਾਈਮ ਮਿਨਿਸਟਰ ਆਫਿਸ ਤੋਂ ਗੱਲ ਆਈ ਹੈ ਕਿ ਕਈ ਪ੍ਰੋਜੈਕਟ ਪੰਜਾਬ ਵਾਸਤੇ, ਪੰਜਾਬੀਆਂ ਵਾਸਤੇ ਕਈ ਪ੍ਰੋਜੈਕਟ ਜਿਹੜੇ ਹੈ ਉਹਨਾਂ ਦਾ ਨੀਂਹ ਪੱਥਰ ਰੱਖਿਆ ਜਾਊਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ 'ਚ ਵਿਸਤਾਰ ਹੋਣ ਦੀ ਵੀ ਜਿਹੜੀ ਹੈਗੀ ਆ ਤਵੱਕੋ ਹੈ। ਪਰ ਜਿਹੜੀ ਵਾਸੂ ਜੀ ਜਿਹੜੀ ਖਬਰ ਇਹ ਨਹੀਂ ਹੈ ਕਿ ਪ੍ਰਧਾਨ ਮੰਤਰੀ ਆ ਰਹੇ ਹੈ। ਖਬਰ ਇਹ ਹੈ ਕਿ ਇਹਦਾ ਰਿਐਕਸ਼ਨ ਕੀ ਹੋਇਆ। ਇਮੀਡੀਏਟਲੀ ਇਹਦਾ ਰਿਐਕਸ਼ਨ ਬੜਾ ਜ਼ਬਰਦਸਤ ਹੈ। ਜੇ ਤੁਸੀਂ ਹੁਣ ਸੋਸ਼ਲ ਮੀਡੀਆ ਤੇ ਜਾਓ, ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਮੋਦੀ ਗੋ ਬੈਕ ਜਿਹੜਾ ਹੈ ਟ੍ਰੈਂਡ ਕਰ ਰਿਹਾ ਬਹੁਤ ਜਿਹੜਾ ਤੇਜ਼ੀ ਦੇ ਨਾਲ। ਔਰ ਉਹ ਇਹ ਜਿਹੜਾ ਅੰਗਰੇਜ਼ਾਂ ਵੇਲੇ ਦਾ ਟਾਈਮ ਹੁੰਦਾ ਸੀ, ਸਾਈਮਨ ਕਮਿਸ਼ਨ ਗੋ ਬੈਕ, ਉਸ ਦੀਆਂ ਯਾਦਾਂ ਕਰਾਉਂਦਾ। ਤੇ ਦੂਸਰੇ ਪਾਸੇ ਜਿਹੜੇ ਕਿਸਾਨ ਨੇ, ਕਿਸਾਨ ਜਥੇਬੰਦੀਆਂ ਨੇ ਇਸ ਦੀ ਬਹੁਤ ਵੱਡਾ ਵਿਰੋਧ ਸ਼ੁਰੂ ਕਰਤਾ। ਫਿਰੋਜ਼ਪੁਰ ਦੇ ਵਿੱਚ ਰੈਲੀ ਹੋਣੀ ਹੈ, ਸੋ ਫਿਰੋਜ਼ਪੁਰ ਫਾਜ਼ਿਲਕਾ ਸੜਕ ਔਰ ਫਿਰੋਜ਼ਪੁਰ ਮੋਗਾ ਸੜਕ ਇਸ ਵੇਲੇ ਜਾਮ ਕਰ ਦਿੱਤੀ ਗਈ ਹੈ। ਕਿਸਾਨ ਜਥੇਬੰਦੀਆਂ ਕਹਿੰਦੇ ਅਸੀਂ ਰੈਲੀ ਵਾਲੇ ਪਾਸੇ ਕਿਸੇ ਨੂੰ ਜਾਣ ਨਹੀਂ ਜੇ ਦੇਣਾ, ਕਿਉਂਕਿ ਕੇਂਦਰ ਸਰਕਾਰ ਨੇ ਜਿਸ ਦਿਨ ਇਹ ਕਿਹਾ ਸੀ ਵੀ ਅਸੀਂ ਤੁਹਾਡੀਆਂ ਸਾਰੀਆਂ ਮੰਗਾਂ ਮੰਨਦੇ ਹਾਂ ਤੇ MSP ਦੇ ਉੱਤੇ ਇੱਕ ਕਮੇਟੀ ਬਣਾਉਣ ਦੀ ਤਜਵੀਜ਼ ਸੀਗੀ ਕਿ ਅਸੀਂ MSP ਦੇ ਉੱਪਰ ਇੱਕ ਕਮੇਟੀ ਬਣਾਵਾਂਗੇ। ਉਹ ਕਿਸਾਨ ਜਥੇਬੰਦੀਆਂ ਵੱਲੋਂ ਇਹ ਕਿਹਾ ਗਿਆ ਕਿ ਉਹ ਕਮੇਟੀ ਹਾਲੇ ਤੱਕ ਨਹੀਂ ਬਣੀ ਤੇ ਸਰਕਾਰ ਆਪਣੇ ਪੈਰ ਖਿੱਚ ਰਹੀ ਹੈ। ਦੂਸਰੀ ਗੱਲ ਜਿਹੜਾ ਬਹੁਤ ਵੱਡਾ ਮੁੱਦਾ ਹੈ ਕਿ ਬਹੁਤ ਸਾਰੇ ਕੇਸ, ਹਜ਼ਾਰਾਂ 'ਚ ਕੇਸ ਜਿਹੜੇ ਹੈਗੇ ਆ ਉਹ ਕਿਸਾਨਾਂ ਦੇ ਖਿਲਾਫ ਦੌਰਾਨ ਅੰਦੋਲਨ ਦੇ ਉਹ ਦਰਜ ਕੀਤੇ ਗਏ ਔਰ ਇਹ ਸਮਝੌਤਾ ਕੀਤਾ ਗਿਆ ਸੀਗਾ ਕਿ ਪੰਜਾਬ ਸਰਕਾਰ ਨੇ ਤਾਂ ਬੇਸ਼ੱਕ ਉਹ ਕੇਸ ਵਾਪਸ ਲੈ ਲਿਆ, ਹਰਿਆਣਾ ਸਰਕਾਰ, ਦਿੱਲੀ ਸਰਕਾਰ, UP ਸਰਕਾਰ ਤੇ ਕੇਂਦਰ ਸਰਕਾਰ ਜਿਹੜੀ ਹੈਗੀ ਆ ਉਹ ਕੇਸ ਇਹ ਵਾਪਸ ਲੈਣਗੇ। ਸੋ ਉਹ ਜਿਹੜੇ ਕੇਸ ਸੀ ਦਿੱਲੀ ਦੇ ਵਿੱਚ, ਇਸ ਲਈ ਬੇਸ਼ੱਕ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਰ ਦਿੱਲੀ ਪੁਲਿਸ ਜਿਹੜੀ ਹੈ ਉਹ ਯੂਨੀਅਨ ਹੋਮ ਮਿਨਿਸਟਰੀ ਦੇ ਅਧੀਨ ਹੈ ਤੇ ਉਹਨਾਂ ਨੇ ਉਹ ਕੇਸ ਵਾਪਸ ਲੈਣੇ। ਸੋ ਉਹ ਵੀ ਕੇਸ ਹਾਲੇ ਤੱਕ ਵਾਪਸ ਨਹੀਂ ਆਏ ਹੋਏ ਤੇ ਇਸ ਦਾ ਜਿਹੜਾ ਵਿਰੋਧ ਹੈ, ਇਸ ਦੇ ਵਿਰੋਧ ਦੇ ਕਾਰਨ ਉਹ ਕਹਿੰਦੇ ਜੀ ਅਸੀਂ ਇਹ ਰੈਲੀ ਹੋਣ ਨਹੀਂ ਦੇਣੀ। ਇਹਦਾ ਇੱਕ ਵਾਸੂ ਜੀ ਜਿਹੜੀ ਮੇਰੇ ਹਿਸਾਬ ਦੇ ਵਿੱਚ ਗੱਲ ਦੋਨੋਂ ਪਾਸੇ ਗੱਲ ਹੈ, ਵਿਰੋਧ ਤਾਂ ਹੈ ਹੀ ਹੈ। ਜੇ ਅੱਜ ਇਕੱਠ ਨਹੀਂ ਹੁੰਦਾ ਉੱਥੇ ਤਾਂ ਬੀਜੇਪੀ ਦੇ ਕੋਲ ਇੱਕ ਬਹਾਨਾ ਹੋਏਗਾ ਕਿ ਕਿਸਾਨਾਂ ਨੇ ਰਸਤੇ ਰੋਕਤੇ ਸੀ, ਇਸ ਲਈ ਸਾਡੇ ਕੋਲ ਉੱਥੇ ਲੋਕੀ ਪਹੁੰਚ ਨਹੀਂ ਸਕੇ। ਜੇ ਆਮ ਵੀ ਜੇ ਦੇਖਿਆ ਜਾਂਦਾ ਕਿ ਜੇ ਰਸਤੇ ਖੁੱਲੇ ਹੁੰਦੇ ਤਾਂ ਪ੍ਰਧਾਨ ਮੰਤਰੀ ਦੀ ਰੈਲੀ ਦੇ ਵਿੱਚ ਕਿੰਨੇ ਕੁ ਲੋਕ ਜਾਂਦੇ ਨੇ, ਕਿੰਨੀ ਕੁ ਉਹਨਾਂ ਦੀ ਪਪੂਲੈਰਿਟੀ ਹੈ, ਉਹਦਾ ਟੈਸਟ ਵੀ ਹੋ ਜਾਣਾ ਸੀ। ਪਰ ਅੱਜ ਜਿਹੜਾ ਵਿਰੋਧ ਵੀ ਹੈ ਉਹ ਵੀ ਬਹੁਤ ਜਿਹੜਾ ਹੈ ਅਹਿਮ ਹੈ। ਦਿਨ ਦੇ ਵਿੱਚ ਇਹ ਕਿਸ ਤਰ੍ਹਾਂ ਉੱਪਰ ਦੀ ਮੌਸਮ ਵੀ ਜਿਹੜਾ ਮਾਹੌਲ ਹੈ ਅੱਜ
ਜਦੋਂ ਸਵੇਰੇ ਮੈਂ ਉੱਠਿਆ ਸੀ ਉਦੋਂ ਤਾਂ ਕਾਫੀ ਸਾਫ਼ ਸੀ। ਇਸ ਵੇਲੇ ਵਾਸੂ ਜੀ ਕਾਫੀ ਧੁੰਦ ਦਾ ਮੌਸਮ ਬਣਦਾ ਜਾ ਰਿਹਾ, ਮੀਂਹ ਵੀ ਪੈ ਰਿਹਾ ਕਈ ਜਗ੍ਹਾ ਦੇ ਉੱਤੇ। ਕੀ ਪ੍ਰਧਾਨ ਮੰਤਰੀ ਪਹੁੰਚ ਵੀ ਸਕਣਗੇ ਫਿਰੋਜ਼ਪੁਰ, ਇਹ ਵੀ ਦੇਖਣ ਵਾਲੀ ਗੱਲ ਹੋਏਗੀ ਜੀ। ਤੇ ਪੰਦੇਰ ਸਾਹਿਬ ਇਹ ਵੀ ਦੱਸੋ ਵੀ ਬਿਕਰਮ ਮਜੀਠੀਆ ਦੀ ਜ਼ਮਾਨਤ ਅਰਜ਼ੀ ਦਾ ਕੀ ਬਣਿਆ ਜੀ, ਉਹਦੀ ਸੁਣਵਾਈ ਕਦੋਂ ਹੋਣ ਦੇ ਆਸਾਰ ਨੇ? ਬਿਕਰਮ ਮਜੀਠੀਆ ਦੇ ਉੱਪਰ ਜਿਹੜਾ ਆਪਾਂ ਨੂੰ ਸਾਰੇ ਸਰੋਤਿਆਂ ਨੂੰ ਪਤਾ ਹੀ ਹੋਣਾ ਜੀ ਕਿ ਉਹਨਾਂ ਦੇ ਉੱਪਰ ਕੇਸ ਦਰਜ ਕੀਤਾ ਗਿਆ, ਜਿਹੜਾ ਹੈਗਾ ਡਰੱਗਸ ਦੇ ਜਿਹੜਾ ਮਾਮਲਾ ਸੀ, ਸਪੈਸ਼ਲੀ ਜਿਹੜਾ ਭੋਲਾ ਕੇਸ ਸੀ ਜਿਹਦੇ ਵਿੱਚ ਉਹਨਾਂ ਦੀ ਇਨਵੋਲਵਮੈਂਟ ਈਡੀ ਦੀਆਂ ਰਿਪੋਰਟਾਂ ਜਾਂ STF ਦੀਆਂ ਜਿਹੜੀਆਂ ਸਿਫਾਰਿਸ਼ਾਂ ਸੀ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਚੰਨੀ ਸਰਕਾਰ ਜਿਹੜੀ ਕਹਿ ਸਕਦੇ ਹਾਂ ਜਿਹੜੀ ਇਹਨਾਂ ਨੇ ਉਹਦੇ ਉੱਪਰ ਬਿਕਰਮ ਮਜੀਠੀਆ ਦੇ ਉੱਪਰ ਕੇਸ ਦਰਜ ਕੀਤਾ। ਤੇ ਉਦੋਂ ਤੋਂ ਬਿਕਰਮ ਮਜੀਠੀਆ ਰੂਪੋਸ਼ ਨੇ ਉਹ ਕਿਸੇ ਨੂੰ ਨਜ਼ਰ ਨਹੀਂ ਆਏ, ਮੀਡੀਆ 'ਚ ਵੀ ਨਹੀਂ ਆਏ, ਉਹਨਾਂ ਦਾ ਬਿਆਨ ਵੀ ਨਹੀਂ ਕੋਈ ਆਇਆ ਜੀ। ਤੇ ਇੱਕ ਦਿਨ ਸ਼ਾਇਦ ਉਹ ਜਿਹੜੀਆਂ ਉਹਦੇ ਬਾਰੇ ਦੋਨੋਂ ਪਾਸੇ ਦੀਆਂ ਗੱਲਾਂ ਨੇ ਕਿ ਜਿਸ ਦਿਨ ਨਵਾਂ ਸਾਲ ਚੜਿਆ ਸੀ ਉਸ ਦਿਨ ਉਹ ਦਰਬਾਰ ਸਾਹਿਬ ਮੱਥਾ ਟੇਕ ਕੇ ਵਾਪਸ ਚਲੇ ਗਏ। ਸੋ ਉਹਨਾਂ ਨੇ ਬੇਲ ਐਪਲੀਕੇਸ਼ਨ ਪਾਈ ਸੀ ਜਿਹੜੀ ਸਪੈਸ਼ਲ ਕੋਰਟ ਆ ਮੋਹਾਲੀ ਦੀ, ਜਿੱਥੇ ਮੋਹਾਲੀ ਦੇ 'ਚ ਉਹਨਾਂ ਦੇ ਖਿਲਾਫ ਕੇਸ ਦਰਜ ਹੋਇਆ ਜੀ। ਉਹ ਮੋਹਾਲੀ ਦੀ ਜਿਹੜੀ ਕੋਰਟ ਸੀ ਉਹਨਾਂ ਨੇ ਉਹ ਬੇਲ ਐਪਲੀਕੇਸ਼ਨ ਉਹਨਾਂ ਦੀ ਰੱਦ ਕਰ ਦਿੱਤੀ ਸੀ, ਉਹ ਨਹੀਂ ਮੰਨੀ, ਪ੍ਰਵਾਨ ਨਹੀਂ ਹੋਈ। ਉਸ ਤੋਂ ਬਾਅਦ ਉਹਨਾਂ ਨੇ ਹਾਈ ਕੋਰਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਆਪਣੀ ਅਰਜ਼ੀ ਦਾਖਲ ਕੀਤੀ ਤੇ ਕਿ ਵੀ ਮੈਨੂੰ ਇਹਦੀ ਬੇਲ ਦਿੱਤੀ ਜਾਵੇ ਕਿ ਇਹ ਜਿਹੜਾ ਹੈਗਾ ਪੋਲੀਟੀਕਲ ਵੈਂਡੇਟਾ ਦਾ ਕੇਸ ਹੈ। ਸੋ ਵੀ ਇੰਨੇ ਸਾਲ ਸੀ ਇਹਨਾਂ ਕੋਲੇ ਟਾਈਮ ਸੀ, ਇਹਨਾਂ ਨੇ ਕੀਤਾ ਨਹੀਂ। ਇਹ ਚੋਣਾਂ 'ਚ ਮੈਨੂੰ ਨਾ ਵੀ ਮੈਂ ਹਿੱਸਾ ਲੈ ਸਕਾਂ, ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਪਲੀ ਦੇ ਉੱਤੇ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਪਾਈ ਆ। ਉਹ ਪਿਛਲੀ ਜਿਹੜੀ ਸੀਗੀ ਤਰੀਕ ਉਹਦੇ ਉੱਪਰ ਇਹਨਾਂ ਦੇ ਵਕੀਲ ਦਿੱਲੀ ਤੋਂ ਆਉਣੇ ਸੀ, ਉਹ ਨਹੀਂ ਪਹੁੰਚ ਸਕੇ, ਤਾਂ ਇੱਕ ਅਗਲੀ ਤਰੀਕ ਲਈ ਸੀ। ਤੇ ਅੱਜ ਜਿਹੜੀ ਹੈ ਵੀ ਅੱਜ ਸਾਡੇ ਸਵੇਰ ਦੇ ਹੈਗੇ, ਅੱਜ ਜਿਹੜਾ ਹੈ ਹੁਣ ਤੋਂ ਕੁਝ ਦੇਰ ਬਾਅਦ ਇਹ ਜਿਹੜੀ ਜ਼ਮਾਨਤ ਦੀ ਅਰਜ਼ੀ ਹੈ ਉਹ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਹਮਣੇ ਆਉਣੀ ਹੈ। ਇਹਦੇ ਵਿੱਚ ਜਿਹੜੀ ਵਾਸੂ ਜੀ ਜਿਹੜੀ ਇਹ 'ਚ ਅਹਿਮ ਗੱਲ ਇਹ ਹੈ ਕਿ ਜਿਹੜਾ ਅਕਾਲੀ ਦਲ ਹੈ ਜੀ, ਉਹ ਉਹਨਾਂ ਨੂੰ ਇੱਕ ਹੋਰ ਉਹਨਾਂ ਨੇ ਖਦਸ਼ਾ ਜ਼ਾਹਿਰ ਕੀਤਾ। ਉਹਨਾਂ ਦੇ ਜਿਹੜੇ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਆਪਣੇ ਬੰਟੀ ਰੋਮਾਣਾ ਜੀ, ਉਹਨਾਂ ਦੀ ਇੱਕ ਮੈਂ ਦੇਖ ਰਿਹਾ ਸੀ ਬਿਆਨ, ਉਹਨਾਂ ਨੇ ਇਹ ਕਿਹਾ ਕਿ ਸਾਨੂੰ ਇਹ ਪਤਾ ਲੱਗਾ ਕਿ ਇਸ ਤੋਂ ਇਲਾਵਾ ਇਸ ਕੇਸ ਤੋਂ ਇਲਾਵਾ ਵੀ ਇੱਕ ਹੋਰ ਕੇਸ ਦਰਜ ਕਰਨ ਦੀ ਤਿਆਰੀ ਹੈ। ਉਹ ਸ਼ਾਇਦ ਵਿਜੀਲੈਂਸ ਦਾ ਕੇਸ ਹੈ, ਉਹਦੇ ਵਿੱਚ ਬਈ ਬਿਕਰਮ ਮਜੀਠੀਆ ਦੇ ਖਿਲਾਫ ਇਹ ਕਿਹਾ ਹੋਏਗਾ ਕਿ ਜੀ ਆਮਦਨੀ ਨਾਲੋਂ ਵੱਧ ਜਿਹੜੇ ਹੈਗੇ ਆ ਆਪਣੀ ਜਿਹੜੀ ਹੈਗੇ ਜਾਇਦਾਦ ਇਕੱਠੀ ਕਰ ਲਈ, ਉਹਦਾ ਕੇਸ ਵੀ ਸ਼ਾਇਦ ਇਹ ਆਉਣ ਵਾਲੇ ਦਿਨਾਂ 'ਚ ਰਜਿਸਟਰ ਹੋਏਗਾ। ਤੇ ਬਿਕਰਮ ਮਜੀਠੀਆ ਵਾਸਤੇ ਸ਼ਾਇਦ ਲੀਗਲ ਲੈਵਲ ਦੇ ਉੱਤੇ ਜਿਹੜੀਆਂ ਦਿੱਕਤਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੱਧਦੀਆਂ ਹੀ ਨਜ਼ਰ ਆ ਰਹੀਆਂ ਨੇ ਜੀ। ਪੰਦੇਰ ਸਾਹਿਬ, ਹੁਣ ਪੰਜਾਬ ਕਾਂਗਰਸ ਦੇ ਵਿੱਚ ਜਿਹੜੇ ਅੰਦਰੂਨੀ ਮਫਾਦ ਨੇ, ਉੱਦਾਂ ਲੱਗਦਾ ਵੀ ਜਿਵੇਂ ਹੁਣ ਇਹਨਾਂ ਮਫਾਦਾਂ ਦਾ ਰਾਊਂਡ 2 ਦੂਜਾ ਦੌਰ ਜਿਵੇਂ ਸ਼ੁਰੂ ਹੋਇਆ ਹੋਵੇ। ਬਹੁਤ ਸਾਰੇ ਪੰਜਾਬ ਦੇ ਮੰਤਰੀ ਜਿਹੜੇ ਨੇ ਉਹ ਦਿੱਲੀ ਪਹੁੰਚੇ ਨੇ ਤੇ ਉੱਥੇ ਜਾ ਕੇ ਹਾਈ ਕਮਾਂਡ ਨੂੰ ਇਹ ਦਰਖਾਸਤ ਕਰ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਤੇ ਨਕੇਲ ਕੱਸੀ ਜਾਵੇ। ਵਾਸੂ ਜੀ ਬਿਲਕੁਲ ਜਿਹੜੀ ਪੰਜਾਬ ਸਰਕਾਰ ਹੈ, ਜਿਹੜੀ ਆ ਪੰਜਾਬ ਦੀ ਜਿਹੜੀ ਸੱਤਾਧਰ ਪਾਰਟੀ ਹੈ ਕਾਂਗਰਸ, ਇਹਦੇ ਵਿੱਚ ਜਿਹੜਾ ਕਾਟੋ ਕਲੇਸ਼ ਬਹੁਤ ਹੀ ਜ਼ਿਆਦਾ ਤੇਜ਼ ਹੁੰਦਾ ਨਜ਼ਰ ਆ ਰਿਹਾ। ਰਾਊਂਡ ਬਿਲਕੁਲ ਤੁਸੀਂ ਠੀਕ ਫਰਮਾਇਆ, ਰਾਊਂਡ 2 ਸ਼ੁਰੂ ਹੋ ਗਿਆ ਜੀ। ਜਿਹੜੇ ਮੰਤਰੀ ਖਾਸ ਤੌਰ ਤੇ ਜਿਸ ਤਰ੍ਹਾਂ ਸੁਖਜਿੰਦਰ ਰੰਧਾਵਾ ਵਗੈਰਾ ਜਿਹੜੇ ਸੀਗੇ ਔਰ ਜਿਨ੍ਹਾਂ ਨੇ 3 ਮਹੀਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਇੱਕ ਕੈਂਪੇਨ ਵਿੱਢੀ ਸੀ, ਉਹਨਾਂ ਨੇ ਹੁਣ ਨਵਜੋਤ ਸਿੱਧੂ ਦੇ ਨਾਲ ਵੀ ਹੁਣ ਅੱਡਾ ਲਾ ਲਿਆ। ਪਿਛਲੇ ਦਿਨੀ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਨਵਜੋਤ ਸਿੱਧੂ ਵੱਲੋਂ ਕਈ ਵਾਰੀ ਟੀਕਾ ਟਿੱਪਣੀ, ਕਈ ਵਾਰੀ ਸਖਤ ਸ਼ਬਦਾਂ ਦੇ ਵਿੱਚ ਟੀਕਾ ਟਿੱਪਣੀ ਵੀ ਹੋਈ। ਤੇ ਹੁਣ ਜਿਹੜਾ ਖਾਸ ਤੌਰ ਤੇ ਜਿਹੜਾ ਇਸ਼ੂ ਜਿਹੜਾ ਸਾਹਮਣੇ ਆਇਆ ਉਹ ਹੈ ਕਿ ਜਿਹੜਾ ਅਸੀਂ ਪਹਿਲੀ ਖਬਰ ਇਸ ਤੋਂ ਪਹਿਲਾਂ ਖਬਰ ਜਿਹੜੀ ਡਿਸਕਸ ਕਰ ਰਹੇ ਸੀ ਬਿਕਰਮ ਮਜੀਠੀਆ ਦੇ ਕੇਸ ਰਜਿਸਟਰ ਹੋਣ ਤੋਂ ਬਾਅਦ, ਨਵਜੋਤ ਸਿੱਧੂ ਨੇ ਸਾਡੇ ਸਰੋਤਿਆਂ ਨੂੰ ਬਾਖੂਬੀ, ਕਿਉਂਕਿ ਮੈਨੂੰ ਇਹ ਪਤਾ ਕਿ ਸਾਡੇ ਸਰੋਤੇ ਜਿਹੜੇ ਹੈ ਉਹ ਸੋਸ਼ਲ ਮੀਡੀਆ ਦੇ ਰਾਹੀਂ ਪੰਜਾਬ ਦੀ ਪਲ ਪਲ ਦੀ ਖਬਰ ਦੇ ਉੱਤੇ ਨਿਗਾਹ ਰੱਖਦੇ ਆ ਜੀ। ਤਾਂ ਨਵਜੋਤ ਸਿੱਧੂ ਨੇ ਕਾਫੀ ਇਤਰਾਜ਼ ਉਠਾਏ ਸੀ ਕਿ ਜਿਹੜਾ ਹੋਮ ਡਿਪਾਰਟਮੈਂਟ ਹੈ, ਖਾਸ ਤੌਰ ਤੇ ਪੁਲਿਸ ਹੈ, ਉਹਨਾਂ ਦੀ ਢਿੱਲ ਸੀ ਕਿ ਬਿਕਰਮ ਮਜੀਠੀਆ ਨੂੰ ਹੁਣ ਤੱਕ ਗ੍ਰਿਫਤਾਰ ਕਿਉਂ ਨਾ ਕੀਤਾ ਗਿਆ। ਬਿਲਕੁਲ ਉਹਨਾਂ ਦੇ ਇਸ ਗੱਲ ਦੇ ਉੱਤੇ ਥੋੜਾ ਜਿਹਾ ਤਰਕ ਵੀ ਨਜ਼ਰ ਆਉਂਦਾ, ਕਿਉਂਕਿ ਪੰਜਾਬ ਸਰਕਾਰ ਵੱਲੋਂ, ਪੰਜਾਬ ਪੁਲਿਸ ਵੱਲੋਂ ਉਹਨਾਂ ਬਿਕਰਮ ਮਜੀਠੀਆ ਨੂੰ ਸਿਕਿਉਰਿਟੀ ਵੀ ਦਿੱਤੀ ਹੁੰਦੀ ਹੈ ਤੇ ਫਿਰ ਉਹਦੇ ਵੀ ਲੋਕੇਸ਼ਨ ਦਾ ਕਿੱਥੇ ਨਹੀਂ ਪਤਾ ਲੱਗਿਆ ਕਿ ਉਹ ਕਿਸ ਤਰ੍ਹਾਂ ਜਿਹੜਾ ਹੈਗਾ ਪੁਲਿਸ ਦੇ ਗ੍ਰਿਫਤ 'ਚ ਹਾਲੇ ਤੱਕ ਕਿਉਂ ਨਹੀਂ ਆਇਆ ਤੇ ਕਸਟੋਡੀਅਲ ਇੰਟਰੋਗੇਸ਼ਨ ਕਿਉਂ ਨਹੀਂ ਕੀਤੀ। ਇਸ ਦਾ ਜਿਹੜਾ ਸੀ ਸੁਖਜਿੰਦਰ ਰੰਧਾਵਾ ਉਹਨਾਂ ਵੱਲੋਂ ਜਿਹੜੀ
ਗੱਲ ਸੀ ਸਾਰੀ ਦੀ ਸਾਰੀ, ਉਹਦੇ ਉੱਤੇ ਇਤਰਾਜ਼ ਇਹ ਸੀ ਕਿ ਤੁਸੀਂ ਇਹ ਗੱਲ ਜਨਤਕ ਤੌਰ ਤੇ ਨਹੀਂ ਸੀ ਕਰਨੀ ਚਾਹੀਦੀ। ਇਹ ਜਿਹੜੀ ਗੱਲ ਮੇਰੇ ਨਾਲ ਪਹਿਲਾਂ ਡਿਸਕਸ ਹੋਣੀ ਚਾਹੀਦੀ ਹੈ, ਔਰ ਪੂਰਾ ਜਿਹੜਾ ਹੋਮ ਡਿਪਾਰਟਮੈਂਟ ਹੈ ਉਹ ਇਸ ਤੇ ਬੜੀ ਸ਼ਿੱਦਤ ਦੇ ਨਾਲ ਲੱਗਿਆ ਹੈ ਕਿ ਵਿਕਰਮ ਮਜੀਠੀਆ ਨੂੰ ਫੜ ਕੇ ਕਾਨੂੰਨ ਦੇ ਸਾਹਮਣੇ ਪੇਸ਼ ਕੀਤਾ ਜਾਵੇ ਤੇ ਨਿਆਂ ਜਿਹੜਾ ਹੈਗਾ ਡਰੱਗ ਕੇਸ ਦੇ ਉੱਤੇ ਉਹਨੂੰ ਜਿਹੜਾ ਲੌਜੀਕਲ ਕਨਕਲੂਜਨ ਜਿਸ ਨੂੰ ਕਹਿੰਦੇ ਆ ਉੱਥੇ ਤੱਕ ਪਹੁੰਚਾਇਆ ਜਾਵੇ। ਸੋ ਹੋਰ ਵੀ ਗੱਲਾਂ ਹੁੰਦੀਆਂ ਤੇ ਜਿਹੜਾ ਇੱਕ ਨਵਜੋਤ ਸਿੱਧੂ ਉਹਨਾਂ ਵੱਲੋਂ ਪਹਿਲਾਂ ਵੀ ਬਿਆਨ ਦਿੱਤਾ ਗਿਆ ਸੀ ਤੇ ਉੱਥੋਂ ਵੀ ਬਿਆਨ ਆਇਆ ਕਿ ਜੇ ਮੈਂ ਹੋਮ ਮਿਨਿਸਟਰ ਹੁੰਦਾ ਤਾਂ ਹੁਣ ਨੂੰ ਵਿਕਰਮ ਮਜੀਠੀਆ ਅੰਦਰ ਹੁੰਦਾ। ਸੋ ਇਸ ਦੇ ਰਿਐਕਸ਼ਨ ਦੇ ਵਿੱਚ ਸੁਖਜਿੰਦਰ ਰੰਧਾਵਾ ਨੇ ਆਪਣੀ ਨਵਜੋਤ ਸਿੱਧੂ ਨੂੰ ਵੀ ਕਿਹਾ ਤੇ ਪਾਰਟੀ ਹਾਈ ਕਮਾਂਡ ਨੂੰ ਵੀ ਕਹਿ ਦਿੱਤਾ ਕਿ ਜੇ ਮੇਰੀ ਕਾਰਗੁਜ਼ਾਰੀ ਦੇ ਉੱਤੇ ਤੁਹਾਨੂੰ ਕੋਈ ਤੁਸੀਂ ਸੰਤੁਸ਼ਟ ਨਹੀਂ ਹੈਗੇ, ਮੈਂ ਬਤੌਰ ਡਿਪਟੀ ਸੀਐਮ ਵੀ ਔਰ ਹੋਮ ਮਿਨਿਸਟਰ ਦੇ ਅਹੁਦੇ ਤੋਂ ਅਲੱਗ ਹੋ ਜਾਂਦਾ, ਮੈਂ ਹਟ ਜਾਂਦਾ। ਪਰ ਗੱਲ ਇੱਥੇ ਨਹੀਂ ਰੁਕਦੀ। ਜਿਹੜੇ ਨਵਜੋਤ ਸਿੱਧੂ ਦੀ ਜਿਹੜੀ ਤੌਰ ਤਰੀਕਾ ਕੰਮ ਕਰਨ ਦੀ ਕਾਰਜਸ਼ੈਲੀ ਆ ਉਹਦੇ ਉੱਤੇ ਕਈ ਮੰਤਰੀਆਂ ਨੂੰ ਜਿਹੜਾ ਉਹਦੇ 'ਚ ਇਤਰਾਜ਼ ਹੋਣੇ ਸ਼ੁਰੂ ਹੋ ਗਏ ਨੇ ਕਿ ਉਹ ਕਿਸੇ ਨੂੰ ਫ੍ਰੀ ਹੈਂਡ ਨਹੀਂ ਦਿੰਦੇ। ਸੋ ਕੱਲ ਜਿਹੜੀ ਬੀਤੀ ਰਾਤ ਹੈ ਹਿੰਦੁਸਤਾਨ ਦੇ ਵਿੱਚ, ਉਹਦੇ ਵਿੱਚ ਸਾਨੂੰ ਖਬਰ ਆਈ ਹੈ ਕਿ ਸੁਖਜਿੰਦਰ ਰੰਧਾਵਾ, ਰਾਜਾ ਵੜਿੰਗ, ਭਾਰਤ ਭੂਸ਼ਣ ਆਸ਼ੂ ਔਰ ਬੜੀ ਜਿਹੜੀ ਦਿਲਚਸਪ ਗੱਲ ਹੈ ਕਿ ਪ੍ਰਗਟ ਸਿੰਘ ਜੋ ਹੁਣ ਤੱਕ ਨਵਜੋਤ ਸਿੱਧੂ ਦੇ ਬਹੁਤ ਕਰੀਬੀ ਮੰਨੇ ਜਾਂਦੇ ਸੀ, ਉਹ ਸਾਰੇ ਦੇ ਸਾਰੇ ਇਕੱਠੇ ਹੋ ਕੇ 4 ਮੰਤਰੀ ਜਿਹੜੇ ਹੈ ਉਹ ਦਿੱਲੀ ਪਹੁੰਚੇ ਨੇ। ਔਰ ਅੱਜ ਕੋਸ਼ਿਸ਼ ਉਹਨਾਂ ਦੀ ਇਹ ਹੈ ਕਿ ਹਾਈ ਕਮਾਂਡ ਸਪੈਸ਼ਲੀ ਜਿਹੜੇ ਹੈ ਰਾਹੁਲ ਗਾਂਧੀ ਦੇ ਨਾਲ ਉਹ ਕਿਸੇ ਤਰੀਕੇ ਦੇ ਨਾਲ ਗੱਲ ਕਰਨ ਤੇ ਨਵਜੋਤ ਸਿੱਧੂ ਦੇ ਉੱਤੇ ਕੁਛ ਨਾ ਕੁਛ ਕਾਬੂ ਕਰਨ ਵਾਸਤੇ ਜਾਂ ਉਹਨਾਂ ਨੂੰ ਕੰਟਰੋਲ ਕਰਨ ਦੀ ਕੋਈ ਅਪੀਲ ਕਰਨਗੇ ਕਿ ਜਿਹੜੇ ਨਵਜੋਤ ਸਿੱਧੂ ਦੇ ਬਿਆਨ ਨੇ ਉਹਦੇ ਨਾਲ ਜਿਹੜੀ ਕੋਈ ਵੀ ਕਾਰਗੁਜ਼ਾਰੀ ਹੁੰਦੀ ਹੈ ਸਰਕਾਰ ਵੱਲੋਂ, ਉਹ ਲੋਕਾਂ ਤੋਂ ਪਹੁੰਚਣ ਤੋਂ ਪਹਿਲਾਂ ਹੀ ਉਹਨੂੰ ਪੈਂਚਰ ਕਰ ਦਿੱਤਾ ਜਾਂਦਾ। ਰਾਣਾ ਗੁਰਜੀਤ ਜਿਹੜੇ ਇੱਕ ਹੋਰ ਮੰਤਰੀ ਨੇ, ਉਹ ਨਵਜੋਤ ਸਿੱਧੂ ਦੇ ਖਿਲਾਫ ਉਹਨਾਂ ਨੇ ਵੀ ਮੋਰਚਾ ਖੋਲ੍ਹਿਆ। ਸੋ ਕੈਬਨਿਟ ਦੇ ਵਿੱਚ ਇਸ ਵੇਲੇ ਕਈ ਮੰਤਰੀ ਜਿਹੜੇ ਹੈਗੇ ਆ ਉਹ ਨਵਜੋਤ ਸਿੱਧੂ ਦੇ ਖਿਲਾਫ ਉਹਨਾਂ ਦੇ ਨਾਲ ਕੰਮ ਕਰਨ ਦੇ ਤਰੀਕੇ ਦੇ ਨਾਲ ਖੁਸ਼ ਨਹੀਂ ਹੈ, ਨਾਰਾਜ਼ ਨੇ, ਤੇ ਉਹਨਾਂ ਨੇ ਪਾਰਟੀ ਹਾਈ ਕਮਾਂਡ ਦੇ ਕੋਲੇ ਜਾ ਕੇ ਆਪਣੀ ਇਹ ਜਿਹੜੀ ਹੈਗੀ ਆ ਫਰਿਆਦ ਲੈ ਕੇ ਗਏ ਆ। ਸੋ ਅੱਜ ਮੈਂ ਇੱਕ ਹੋਰ ਚੈਨਲ ਤੇ ਦੇਖ ਰਿਹਾ ਸੀਗਾ, ਨਵਜੋਤ ਸਿੱਧੂ ਇੱਕ ਇੰਟਰਵਿਊ ਦੇ ਰਹੇ ਸੀ ਜੀ। ਨਵਜੋਤ ਸਿੱਧੂ ਵੀ ਕਾਫੀ ਉਹਦੇ 'ਚ ਤਲਖ ਮੂਡ ਦੇ ਵਿੱਚ ਗੱਲ ਕਰ ਰਿਹਾ ਤੇ ਜਦੋਂ ਉਹਨਾਂ ਨੇ ਕਿਹਾ ਵੀ ਸੁਖਜਿੰਦਰ ਰੰਧਾਵਾ ਨੇ ਆਹ ਬਿਆਨ ਦਿੱਤਾ ਕਿ ਉਹ ਜਿਹੜੇ ਹੈਗੇ ਉਹਨਾਂ ਨੇ ਸਿੱਧਾ ਕਿਹਾ ਤੇ ਉਹ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਉਹ ਆਪਣੇ ਪੰਜਾਬ ਮਾਡਲ ਨੂੰ ਅੱਗੇ ਵਧਾਉਣ ਦੀ ਗੱਲ ਆ। ਸੋ ਵਾਸੂ ਜੀ, ਗੱਲ ਇਹ ਆਉਂਦੀ ਹੈ ਕਿ ਜੇ ਪਾਰਟੀ ਦੇ ਵਿੱਚ ਇੰਨਾ ਹੀ ਕਲੇਸ਼ ਹੈਗਾ, ਜੇ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਤੋਂ ਬਾਅਦ ਵੀ ਇਹ ਕਲੇਸ਼ ਬਦਸਤੂਰ ਜਾਰੀ ਹੈ, ਸੋ ਫਿਰ ਆਪਾਂ ਬੜੀ ਆਰਾਮ ਨਾਲ ਕਹਿ ਸਕਦੇ ਹਾਂ ਕਿ ਗੱਲ ਕਿਸੇ ਵਿਅਕਤੀ ਵਿਸ਼ੇਸ਼ ਦੀ ਨਹੀਂ ਹੈ। ਗੱਲ ਪਾਰਟੀ ਦੀ ਜਿਹੜੀ ਅੰਦਰੂਨੀ ਜਿਹੜਾ ਉਹਦਾ ਸਟਰਕਚਰ ਹੈ, ਜਿਹੜਾ ਉਹਦਾ ਢਾਂਚਾ, ਉਹਦੇ ਵਿੱਚ ਕੋਈ ਨਾ ਕੋਈ ਸਮੱਸਿਆ ਜ਼ਰੂਰ ਹੈ ਜੋ ਪਾਰਟੀ ਹਾਈ ਕਮਾਂਡ ਔਰ ਪਾਰਟੀ ਦੀ ਲੀਡਰਸ਼ਿਪ ਜਿਹੜੀ ਹੈ ਇਸ ਵੇਲੇ ਉਸ ਨੂੰ ਸੁਲਝਾ ਨਹੀਂ ਸਕ ਰਹੀ। ਤੇ ਜਦੋਂ ਇਹੋ ਜਿਹੀ ਸਥਿਤੀ ਹੋਵੇ ਔਰ ਜਿਸ ਤਰ੍ਹਾਂ ਹੁਣ ਅੱਜ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਤੋਂ ਬਾਅਦ ਲੋਕਾਂ ਨੂੰ ਹੁਣ ਆਲਰੇਡੀ ਇਹ ਹੈਗਾ ਕਿ ਜੀ 1-2 ਦਿਨਾਂ ਦੇ ਅੰਦਰ ਅੰਦਰ ਚੋਣ ਜ਼ਾਬਤਾ ਲੱਗਣ ਦੀ ਲੋਕਾਂ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ। ਚੋਣ ਜ਼ਾਬਤਾ ਲੱਗਣ ਦੇ ਉੱਤੇ ਆ ਗਈ ਆ, ਪਾਰਟੀ ਦਾ ਕਲੇਸ਼ ਨਹੀਂ ਮੁੱਕ ਰਿਹਾ ਤੇ ਜਿਹੜੀ ਰੂਲਿੰਗ ਪਾਰਟੀ ਆ ਉਹ ਕਿਸ ਤਰ੍ਹਾਂ ਚੋਣਾਂ 'ਚ ਜਾਊਗੀ ਔਰ ਜਿਹੜਾ ਬਹੁਕੋਣੀ ਚੋਣ ਦੰਗਲ ਜਿਹੜਾ ਪੰਜਾਬ 'ਚ ਹੋਣ ਜਾ ਰਿਹਾ ਉਹਦੇ ਵਿੱਚ ਜੇ ਆਪਸ 'ਚ ਲੜੀ ਜਾਣਾ ਫਿਰ ਬਾਹਰਲਿਆਂ ਨਾਲ ਕਿਵੇਂ ਲੜੋਗੇ। ਇਹ ਵੀ ਮੈਂ ਵਾਸੂ ਜੀ, ਮੈਂ 1992 ਤੋਂ ਲੈ ਕੇ ਹੁਣ ਤੱਕ ਦੀਆਂ ਜਿਹੜੀਆਂ ਚੋਣਾਂ ਨੇ ਉਹ ਬੜੀਆਂ ਗੰਭੀਰਤਾ ਨਾਲ ਨੇੜਿਓਂ ਦੇਖੀਆਂ ਨੇ। ਪੰਜਾਬ ਦੀਆਂ ਚੋਣਾਂ ਦਾ ਇੱਕ ਇਹ ਮੁੱਦਾ ਰੈਗੂਲਰ ਹੈ ਕਿ ਜਿਹੜੀਆਂ ਪਾਰਟੀਆਂ ਨੇ, ਜਿਹੜੀ ਹਾਰਦੀਆਂ ਨੇ ਨਾ ਜਿਹੜੀਆਂ ਪਾਰਟੀਆਂ, ਉਹ ਜ਼ਿਆਦਾਤਰ ਇੱਕ ਤਾਂ ਅਸੀਂ ਐਂਟੀ ਇਨਕੰਬੈਂਸੀ ਕਹਿ ਹੀ ਦਿੰਦੇ ਹਾਂ, ਪਰ ਉਹਦੇ ਵਿੱਚ ਇੱਕ ਜਿਹੜਾ ਬਹੁਤ ਅਹਿਮ ਮੁੱਦਾ ਇਹ ਵੀ ਹੁੰਦਾ ਕਿ ਪਾਰਟੀ ਦਾ ਜਿਹੜਾ ਅੰਦਰੂਨੀ ਕਲੇਸ਼ ਹੈ, ਹਰ ਇੱਕ ਕਲੇਸ਼ ਦਾ ਉਹ ਇੰਟਰ ਪਾਰਟੀ ਦੂਸਰੀ ਪਾਰਟੀ ਦੇ ਮੁਕਾਬਲੇ ਨਾਲੋਂ ਜ਼ਿਆਦਾ ਭਾਰੀ ਹੋ ਜਾਂਦਾ ਤੇ ਪਾਰਟੀਆਂ ਡਿੱਗ ਪੈਂਦੀਆਂ ਨੇ। ਸੋ ਕੀ ਕਾਂਗਰਸ ਨੂੰ ਵੀ ਇਹ ਐਕੀ ਫੇਸ ਕਰਨਾ ਪਊਗਾ, ਉਹਦਾ ਸਾਹਮਣਾ ਕਰਨਾ ਪਊਗਾ। ਪਿਛਲੀਆਂ ਚੋਣਾਂ 'ਚ ਵੀ ਅਸੀਂ ਜਦੋਂ ਦੇਖਿਆ ਸੀ ਕਈ ਵਾਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਲੜਾਈ ਹੋ ਜਾਂਦੀ ਸੀ ਜਾਂ ਕੈਪਟਨ ਅਮਰਿੰਦਰ ਸਿੰਘ ਦੀ ਬੀਬੀ ਪੱਠਲ ਨਾਲ ਲੜਾਈ ਹੋ ਜਾਂਦੀ ਸੀ। ਉਸ ਤੋਂ ਪਹਿਲਾਂ ਵੀ ਜਦੋਂ ਬੇਅੰਤ ਸਿੰਘ ਸਰਕਾਰ ਤੋਂ ਬਾਅਦ ਜਿਹੜੀ ਸੀ ਬੀਬੀ ਪੱਠਲ ਦੀ ਔਰ ਹਰਚਰਨ ਬਰਾੜ ਦੀ ਆਪਸ ਵਿੱਚ ਲੜਾਈ ਹੋ ਜਾਂਦੀ ਸੀ। ਸੋ ਇਦਾਂ ਦੀ ਜਿਹੜੀ ਕਾਂਗਰਸ ਦਾ ਅੰਦਰੂਨੀ ਕਲੇਸ਼ ਜਿਹੜਾ ਹੈ, ਜਿਹੜਾ ਮੇਰੇ ਹਿਸਾਬ ਦੇ ਨਾਲ ਜੇ ਉਸ ਤੋਂ ਪਹਿਲਾਂ ਵੀ ਚਲੇ ਜਾਈਏ ਗਿਆਨੀ ਜੈਲ ਸਿੰਘ ਔਰ ਦਰਬਾਰਾ ਸਿੰਘ ਦਾ ਕਲੇਸ਼ ਸੀਗਾ ਜੀ। ਸੋ ਇਹਨਾਂ ਦੀ ਜਿਹੜੀ ਕਾਟੋ ਕਲੇਸ਼ ਹੈ ਕਾਂਗਰਸ ਦਾ ਅੰਦਰੂਨੀ ਜਿਹੜੇ ਔਰ ਜਿਹੜੀ ਪਾਰਟੀ ਹਾਈ ਕਮਾਂਡ
ਕਈ ਪਾਵਰ ਸੈਂਟਰ ਬਣਾ ਦਿੰਦੀ ਹੈ ਪਾਰਟੀ ਦੇ ਵਿੱਚ। ਔਰ ਇਹ ਲੱਗਦਾ ਕਿ ਆਪਣੇ ਪੁਰਾਣੇ ਜਿਹੜੀਆਂ ਇਹਨਾਂ ਨੂੰ ਦਿੱਕਤਾਂ ਸਾਹਮਣੇ ਆਈਆਂ ਨੇ, ਪਾਰਟੀ ਹਾਈ ਕਮਾਂਡ ਨੇ ਉਸ ਤੋਂ ਕੋਈ ਸਬਕ ਨਹੀਂ ਸਿੱਖਿਆ ਤੇ ਕੋਈ ਜਿਹੜੇ ਇਹਨਾਂ ਦੇ ਆਪਸ ਦੇ ਜਿਹੜੇ ਲੀਡਰ ਨੇ ਜਦੋਂ ਕਲੇਸ਼ ਕਰਦੇ ਨੇ ਉਹਨੂੰ ਰਿਜ਼ੋਲਵ ਕਰਨ 'ਚ ਉਹਨਾਂ ਦੀ ਅਸਮਰੱਥਾ ਮੈਂ ਕਹਿ ਸਕਦਾ ਉਹ ਜ਼ਾਹਰ ਹੁੰਦੀ ਹੈ ਤੇ ਪਾਰਟੀ ਦਾ ਜਿਹੜਾ ਕੌਨਫੀਡੈਂਸ ਹੈ ਲੋਕਾਂ ਦੇ ਵਿੱਚ ਕਾਫੀ ਘਟਦਾ ਜਾ ਰਿਹਾ ਜੀ। ਸਰਬਜੀਤ ਜੀ, ਕੱਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਿਹੜੀ ਨਵੀਂ ਇੱਕ ਰੋਜ਼ਗਾਰ ਗਰੰਟੀ ਸਕੀਮ ਲਾਂਚ ਕੀਤੀ ਹੈ, ਪਰ ਉਹਦੇ ਬਾਵਜੂਦ ਕੱਲ ਅੱਧੀ ਰਾਤ ਨੂੰ ਉਹਨਾਂ ਦੇ ਕਾਫਲੇ ਨੂੰ ਕਿਤੇ ਬਲੌਕ ਕੀਤਾ ਗਿਆ, ਰੋਕ ਦਿੱਤਾ ਗਿਆ। ਇਹ ਕਿੱਥੇ ਦੀ ਖਬਰ ਹੈ ਜੀ? ਇਹ ਚੰਡੀਗੜ੍ਹ ਦੀ ਖਬਰ ਹੈ ਵਾਸੂ ਜੀ। ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ, ਤੁਸੀਂ ਪੰਜਾਬ ਦੇ ਚੋਣਾਂ ਦਾ ਆਉਣ ਵਾਲੇ ਦਿਨਾਂ 'ਚ ਇਹ ਸੰਕੇਤਕ ਜਿਹੜੇ ਕੁਝ ਘਟਨਾਵਾਂ ਨੇ, ਜਿਵੇਂ ਪ੍ਰਧਾਨ ਮੰਤਰੀ ਮੋਦੀ ਦਾ ਇਹ ਰਾਸਤੇ ਰੋਕ ਕੇ ਜਾ ਰਿਹਾ ਅੱਜ ਕਿਸਾਨਾਂ ਵੱਲੋਂ, ਉਸੇ ਤਰ੍ਹਾਂ ਤੁਸੀਂ ਇਹ ਦੇਖੋ ਬਈ ਲੋਕੀ ਜਿਹੜਾ ਹੈਗਾ ਕੁਝ ਜਿਹੜੇ ਆਲੋਚਨਾ ਕਰਦੇ ਨੇ ਉਹ ਇਹ ਕਹਿੰਦੇ ਨੇ ਜੀ ਜਿਹੜੀ ਕਿਸਾਨਾਂ ਦੀ ਹੀ ਜਿਹੜਾ ਹੈਗਾ ਵਿਦਰੋਹ ਹੈਗਾ ਜਾਂ ਉਹਨਾਂ 'ਚ ਹੀ ਪ੍ਰੋਟੈਸਟ ਕਰਨ ਦੀ ਹੈਗੀ ਆ, ਹੋਰ ਲੋਕੀ ਚੁੱਪ ਨੇ। ਹੁਣ ਕੱਲ ਰਾਤੀ ਆਪਣੀ ਮੀਟਿੰਗ ਕਰਕੇ ਸਾਰੇ ਲੋਕਾਂ ਨੂੰ ਪਤਾ ਕਿ ਜਿਹੜੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਉਹ ਦੇਰ ਰਾਤ ਤੱਕ ਦਫ਼ਤਰ 'ਚ ਬੈਠ ਕੇ ਕੰਮ ਕਰਦੇ ਆ, ਜੋ ਕਾਫੀ ਦੇਰ ਬਾਅਦ ਦੇਖਣ ਨੂੰ ਇਹ ਮਿਲ ਰਿਹਾ ਕਿ ਪੰਜਾਬ ਦੇ ਸੈਕਟਰੀਏਟ 'ਚ ਮੁੱਖ ਮੰਤਰੀ ਕਾਫੀ ਦੇਰ ਤੱਕ ਬੈਠ ਕੇ ਕੰਮ ਕਰਨ, ਅਫਸਰ ਵੀ ਬਿਠਾਏ ਹੁੰਦੇ ਨੇ ਔਰ ਕਈ ਮੰਤਰੀ ਵੀ ਬੈਠੇ ਹੁੰਦੇ ਆ। ਔਰ ਜਿਹੜੀ ਤੁਸੀਂ ਸਕੀਮ ਹੈ ਉਹ ਲਾਂਚ ਕਰਨ ਤੋਂ ਬਾਅਦ ਕਾਫੀ ਦੇਰ ਪ੍ਰੈਸ ਕਾਨਫਰੰਸ ਵੀ ਉਹਨਾਂ ਨੇ ਇਹਨੂੰ ਅਨਾਉਂਸ ਕਰਨ ਵਾਸਤੇ ਕੀਤੀ। ਸੋ ਜਦੋਂ ਵਾਪਸ ਜਾ ਰਹੇ ਸੀ ਉਹਨਾਂ ਨੂੰ ਜਿਹੜੇ ਸਰਕਾਰੀ ਮੁਲਾਜ਼ਮ ਸੀ ਜਿਨ੍ਹਾਂ ਦੀਆਂ ਬਹੁਤ ਸਾਰੀਆਂ ਡਿਮਾਂਡਸ ਨੇ, ਪਿਛਲੇ ਆਲਮੋਸਟ ਮੇਰੇ ਹਿਸਾਬ ਦੇ ਨਾਲ ਇਹ ਸਰਕਾਰੀ ਮੁਲਾਜ਼ਮਾਂ ਦੀਆਂ 20 ਸਾਲਾਂ ਤੋਂ ਕਈ ਡਿਮਾਂਡਸ ਨੇ, ਉਹ ਕਈ ਉਹਨਾਂ ਦੀ ਰੈਗੂਲਰਾਈਜੇਸ਼ਨ ਦੀਆਂ ਨੇ, ਕਿਤੇ ਜਿਹੜੇ ਠੇਕੇ ਦੇ ਉੱਤੇ ਨੇ ਉਹਨਾਂ ਦੀ ਗੱਲ ਆ, ਉਹ ਵੀ ਬੇਸ਼ੱਕ ਗੱਲਾਂ ਨੇ, ਔਰ ਬਹੁਤ ਸਾਰੇ ਜਿਹੜੇ ਹੈਗੇ ਆ ਪ੍ਰਮੋਸ਼ਨ ਦੀ ਗੱਲਾਂ ਨੇ, ਕਈਆਂ ਦੇ ਜਿਹੜੇ ਵੇਜ ਸੈਟਲਮੈਂਟ ਦੀਆਂ ਬਹੁਤ ਜਿਹੜਾ ਚਾਰਟਰ ਆਫ ਡਿਮਾਂਡਸ ਆ ਜਿਹੜਾ ਆਪਣੇ ਮੁਲਾਜ਼ਮਾਂ ਦਾ ਸਰਕਾਰੀਆਂ ਦਾ ਉਹ ਬਹੁਤ ਵੱਡਾ। ਉਹਨਾਂ ਨੂੰ ਪਤਾ ਲੱਗ ਗਿਆ ਵੀ ਚੀਫ ਮਿਨਿਸਟਰ ਚੰਨੀ ਨੇ ਇਸ ਸੜਕ ਤੋਂ ਜਾਣਾ, ਉਹਨਾਂ ਨੇ ਰਾਤ ਨੂੰ ਉੱਥੇ ਘੇਰਾ ਪਾ ਲਿਆ ਤੇ ਰਾਸਤਾ ਰੋਕ ਦਿੱਤਾ ਔਰ ਜਿਹੜਾ ਗੱਡੀਆਂ ਦਾ ਮੋਟਰਕੇਡ ਸੀ ਚੀਫ ਮਿਨਿਸਟਰ ਦਾ ਉਹਨਾਂ ਨੂੰ ਵਾਪਸ ਮੁੜਨਾ ਪਿਆ ਤੇ ਦੂਸਰਾ ਰਾਸਤਾ ਲੈਣਾ ਪਿਆ। ਇਹਦੇ ਬਾਰੇ ਅੱਜ ਜਿਹੜੀ ਹੈਗੀ ਆ ਸ਼ਾਇਦ ਦਿਨ ਦੇ ਵਿੱਚ ਸਾਨੂੰ ਹੋਰ ਵੀ ਇਹਦੀ ਇਨਫੋਰਮੇਸ਼ਨ ਆਏਗੀ, ਹਿਸਾਬ ਦੇ ਨਾਲ ਮੇਰੇ ਹਿਸਾਬ ਨਾਲ 2 ਘੰਟੇ ਤੱਕ ਇਹਦੇ ਬਾਰੇ ਹੋਰ ਸਾਨੂੰ ਜਿਹੜਾ ਹੈਗਾ ਵਿਸਤਾਰ 'ਚ ਪਤਾ ਲੱਗੂ ਜੀ। ਸਰਬਜੀਤ ਜੀ, ਹੁਣ UPSC ਵੱਲੋਂ ਜਿਹੜੀ DGP ਦੇ ਅਹੁਦੇ ਦੇ ਲਈ ਇੱਕ ਸੂਚੀ ਪਾਸ ਕੀਤੀ ਗਈ ਹੈ, ਕਲੀਅਰ ਕੀਤੀ ਗਈ ਹੈ, ਉਹਦੇ ਵਿੱਚ ਸਿਧਾਰਥ ਚੱਟੋਪਾਧਿਆਏ ਦਾ ਨਾਮ ਹੀ ਨਹੀਂ ਹੈਗਾ, ਸੋ ਪੰਜਾਬ ਸਰਕਾਰ ਇਹਦਾ ਵਿਰੋਧ ਕਰੇਗੀ? ਵਾਸੂ ਜੀ, ਜਿਹੜਾ DGP ਦਾ ਰੇੜਕਾ ਕਾਫੀ ਦੇਰ ਦਾ ਫਸਿਆ ਹੈ। ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਗਿਆ, ਉਹਨਾਂ ਦੇ ਜਿਹੜੇ ਬਲੂ ਆਈਡ ਬॉय ਸੀ ਦਿਨਕਰ ਗੁਪਤਾ, ਉਹਨਾਂ ਨੂੰ ਵੀ ਚਲਦਿਆਂ ਕਰ ਦਿੱਤਾ ਗਿਆ ਸੀ ਤੇ ਉੱਥੋਂ ਉਸ ਤੋਂ ਬਾਅਦ ਸਹੋਤਾ ਸਾਹਿਬ ਨੂੰ DGP ਲਾਇਆ ਗਿਆ ਤੇ ਜਿਹਦੇ ਨਾਲ ਨਵਜੋਤ ਸਿੱਧੂ ਖੁਸ਼ ਨਹੀਂ ਸੀ ਤੇ ਉਹਨਾਂ ਨੂੰ ਇਹ ਸੀਗਾ ਕਿ ਜਿਹੜਾ ਬੇਅਦਬੀ ਵਾਲਾ ਕੇਸ ਸੀ ਉਹਦੇ ਵਿੱਚ ਸਹੋਤਾ ਸਾਹਿਬ ਦਾ ਜਿਹੜਾ ਟਰੈਕ ਰਿਕਾਰਡ ਆ ਕੋਲ ਬੜਾ ਵਧੀਆ ਨਹੀਂ ਹੈਗਾ। ਸੋ ਫਿਰ ਸਿਧਾਰਥ ਚੱਟੋਪਾਧਿਆਏ ਨੂੰ ਲਾਇਆ ਗਿਆ। ਸਿਧਾਰਥ ਚੱਟੋਪਾਧਿਆਏ ਨੇ ਵੀ ਜਿਹੜੇ ਸੀ ਇਹ ਡਰੱਗ ਕੇਸਿਸ ਔਰ ਹੋਰ ਕੇਸਿਸ ਦੇ ਵਿੱਚ ਜਿਹੜੀਆਂ STF ਨੇ ਵਗੈਰਾ ਜਾਂ ਉਹਨਾਂ 'ਚ ਰਿਪੋਰਟਸ ਕੀਤੀਆਂ ਹੋਈਆਂ ਸੀ, ਪਹਿਲਾਂ ਹਾਈ ਕੋਰਟ ਦੇ ਵਿੱਚ ਕਾਫੀ ਪੇਸ਼ ਹੋਏ ਆ ਤੇ ਉਹਨਾਂ ਨੇ ਸਿਧਾਰਥ ਚੱਟੋਪਾਧਿਆਏ ਨੂੰ ਲਾਇਆ। ਸਿਧਾਰਥ ਚੱਟੋਪਾਧਿਆਏ ਦੇ ਖਿਲਾਫ ਕੁਝ ਸਿੱਖ ਜਥੇਬੰਦੀਆਂ ਨੇ ਉਹਨਾਂ ਨੇ ਵਿਰੋਧ ਕੀਤਾ ਕਿ ਸਿਧਾਰਥ ਚੱਟੋਪਾਧਿਆਏ ਦਾ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਸੀ ਮਿਲੀਟੈਂਸੀ ਦਾ ਦੌਰ ਸੀ, ਉਹਦੇ ਵਿੱਚ ਜਿਹੜੀ ਐਕਸੈਸਿਸ ਜਾਂ ਫੇਕ ਐਨਕਾਊਂਟਰ ਦੇ ਵਿੱਚ ਉਹਨਾਂ ਦੀ ਜਿਹੜੀ ਸ਼ਮੂਲੀਅਤ ਰਹੀ ਹੈ ਜਾਂ ਉਹਨਾਂ ਨੇ ਲੀਡ ਕੀਤੀਆਂ ਨੇ, ਉਹ ਉਸ ਕਰਕੇ ਰੋਸ ਸੀਗਾ। ਪਰ ਜਿਹੜਾ ਅਸਲੀ ਸੀ ਗੱਲ ਜਿਹੜੀ ਵਾਸੂ ਜੀ ਉਹ ਇਹ ਆਉਂਦੀ ਆ ਕਿ UPSC ਤੋਂ ਕਲੀਅਰ ਹੋ ਕੇ ਆਉਣਾ ਹੁੰਦਾ। UPSC ਜਿਹੜੇ ਸਾਡੇ ਸਰੋਤਿਆਂ ਨੂੰ ਨਹੀਂ ਪਤਾ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਹੈ ਜਿਹੜੀ IAS ਤੇ IPS ਵਗੈਰਾ ਦਾ ਹੈਗਾ ਔਰ ਉਹ ਅਦਾਰਾ ਵਾ ਜਿਹੜਾ ਉਹਨਾਂ ਨੂੰ ਸਿਲੈਕਟ ਕਰਦਾ। ਪਰ ਸੁਪਰੀਮ ਕੋਰਟ ਵੱਲੋਂ ਹੁਣ ਇਹ ਇੱਕ ਰੂਲ ਬਣਾਇਆ ਗਿਆ ਕਿ ਜਿਹੜੇ DGP ਲਾਉਣੇ ਨੇ ਉਹਨਾਂ ਨੂੰ ਸਰਕਾਰ ਆਪਣੀ ਦੱਸੇ ਵੀ ਆ ਸਾਡੇ ਜਿਹੜੀ ਸੀਨੀਅਰਿਟੀ ਲਿਸਟ ਆ। ਕਈ ਵਾਰੀ ਪਹਿਲਾਂ ਇਹ ਲੱਗਦਾ ਸੀ ਕਿ ਲੋਕੀ ਇਹ ਕਹਿੰਦੇ ਹੁੰਦੇ ਸੀ ਕਿ ਸੀਨੀਅਰਿਟੀ ਸੁਪਰਸੀਡ ਹੋ ਜਾਂਦੀ ਹੈ। ਸੋ ਜਦੋਂ ਬਈ ਉਹ ਸੁਪਰਸੀਡ ਬਈ ਇੰਜ ਕੋਈ ਜ਼ਿਆਦਾ ਹੀ ਬਲੂ ਆਈਡ ਆਪਣਾ ਹੱਥ ਠੋਕਾ ਹੀ ਨਾ ਬਣਾਇਆ ਜਾਵੇ, ਕੁਝ ਲੈਵਲ ਦੇ ਉੱਤੇ ਜਿਹੜਾ ਮੈਰਿਟ ਆ ਉਸ ਨੂੰ ਵੀ ਰੱਖਿਆ ਜਾਵੇ। ਤਾਂ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਜਿਹੜੀਆਂ ਸੂਬੇ ਦੀਆਂ ਸਰਕਾਰਾਂ ਨੇ ਉਹ UPSC ਨੂੰ ਆਪਣੀਆਂ ਜਿਹੜੇ ਲਿਸਟ ਆਫ ਸੀਨੀਅਰਿਟੀ ਲਿਸਟ ਦੇ ਹਿਸਾਬ ਨਾਲ ਜਿਹੜੇ ਲੋਕਾਂ ਨੂੰ ਜਿਹੜੇ ਆਫੀਸਰਸ ਨੂੰ ਪ੍ਰਮੋਟ ਕੀਤਾ ਜਾ ਸਕਦਾ ਉਹਨਾਂ ਨੂੰ ਭੇਜਿਆ ਜਾਵੇ, ਫਿਰ ਉਹਨਾਂ ਚੋਂ ਸਿਲੈਕਟ ਕਰਦੇ। ਜਿਹੜਾ ਉਹ ਭੇਜਿਆ ਸੀ
ਉਹਦੇ ਵਿੱਚ ਜਿਹੜੀ ਹੁਣ UPSC ਨੇ ਜਿਹੜਾ ਪੈਨਲ ਬਣਾ ਕੇ ਪੰਜਾਬ ਸਰਕਾਰ ਨੂੰ ਭੇਜਿਆ, 3 ਆਫੀਸਰ ਦਾ ਭੇਜਿਆ, ਔਰ ਉਹ ਸਾਰੇ 1986, 87 ਔਰ 88 ਦੇ ਬੈਚ ਦੇ ਅਫਸਰ ਨੇ। ਉਹਨਾਂ ਦੇ ਵਿੱਚ ਦਿਨਕਰ ਗੁਪਤਾ ਦਾ ਨਾਮ ਫੇਰ ਹੈ, ਇੱਕ VK ਭਾਵਰਾ ਨੇ ਔਰ ਪ੍ਰਬੋਧ ਕੁਮਾਰ ਨੇ। ਸੋ ਜਿਹੜਾ VK ਭਾਵਰਾ DGP ਇੰਟੈਲੀਜੈਂਸ ਰਹਿ ਚੁੱਕੇ ਨੇ, ਪ੍ਰਬੋਧ ਕੁਮਾਰ ਵੀ ਕਾਫੀ, ਉਹ ਜਿਹੜੀ ਇੱਕ ਨਵੀਂ ਸਿੱਟ ਬਣੀ ਆ ਉਹਦੇ ਵਿੱਚ ਵੀ ਉਹ ਬੇਅਦਬੀ ਦੇ ਇਸ਼ੂ ਦੇ ਉੱਤੇ ਉਹ ਕੰਮ ਕਰ ਰਹੇ ਆ। ਸੋ ਸਿਧਾਰਥ ਚਟੋਪਾਧਿਆਏ ਦਾ ਨਾਮ ਨਹੀਂ ਹੈ ਜੋ ਨਵਜੋਤ ਸਿੱਧੂ ਵੱਲੋਂ DGP ਲਾਏ ਗਏ ਸੀ, ਔਰ ਸਿਧਾਰਥ ਚਟੋਪਾਧਿਆਏ ਦਾ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਿਹੜੀ FIR ਹੋਈ ਆ, ਉਹ ਸਿਧਾਰਥ ਚਟੋਪਾਧਿਆਏ ਨੇ ਖੁਦ ਕੰਪਲੇਂਟ ਕਰਕੇ ਜਿਹੜੀਆਂ STF ਤੇ ਜਿਹੜੀ ਐਨਫੋਰਸਮੈਂਟ ਡਾਇਰੈਕਟੋਰੇਟ ਦੀਆਂ ਰਿਪੋਰਟਾਂ ਨੂੰ ਆਧਾਰਿਤ ਕਰਕੇ ਉਹ ਕੰਪਲੇਂਟ ਕਰਨ ਦੇ ਵਿੱਚ ਸਿਧਾਰਥ ਚਟੋਪਾਧਿਆਏ ਦਾ ਆਪ ਕੀਤੀ ਹੈ। ਕਿਉਂਕਿ ਇਸ ਤੋਂ ਪਹਿਲਾਂ ਕਈ ਜਿਹੜੇ ਅਫਸਰ ਸੀਗੇ ਜੀ, ਜਿਸ ਤਰ੍ਹਾਂ SK ਅਸਥਾਨਾ ਨੇ ਔਰ ਜਿਹੜੇ ਵਰਿੰਦਰ ਕੁਮਾਰ ਜੀ, ਉਹਨਾਂ ਨੇ ਆਪਣੇ ਬਹਾਨੇ ਲਾ ਕੇ ਉਹ ਕੇਸ ਦੇ ਵਿੱਚੋਂ ਆਪਣੇ ਆਪ ਨੂੰ ਅਲੱਗ ਕਰ ਲਿਆ ਸੀ। ਸੋ ਨਵਜੋਤ ਸਿੱਧੂ ਚਾਹੁੰਦੇ ਆ ਕਿ ਇਹ ਬਣਾਇਆ ਜਾਵੇ। ਉਹਨਾਂ ਨੇ ਕਾਫੀ ਸਰਕਾਰ ਦੇ ਉੱਤੇ ਇਹਦਾ ਪ੍ਰੈਸ਼ਰ ਵੀ ਪਾਇਆ, ਸਰਕਾਰ ਦੇ ਵਾਸਤੇ ਕਈ ਵਾਰੀ ਐਂਬੈਰਸਿੰਗ ਸਿਚੁਏਸ਼ਨਸ ਵੀ ਖੜੀਆਂ ਕੀਤੀਆਂ ਨਵਜੋਤ ਸਿੱਧੂ ਨੇ, ਜਿਸ ਦਾ ਅਸੀਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ ਕਿ ਉਹਨਾਂ ਦੀ ਕਾਰਗੁਜ਼ਾਰੀ ਜਾਂ ਉਹਨਾਂ ਦੀ ਕਾਰਜਸ਼ੈਲੀ ਦੇ ਕਰਕੇ ਕਈ ਮੰਤਰੀ ਔਖੇ ਵੀ ਨੇ ਕਿ ਸਰਕਾਰ ਦੇ ਉੱਤੇ ਜ਼ਿਆਦਾ ਪ੍ਰੈਸ਼ਰ ਪਾਇਆ। ਪਰ ਹੁਣ ਸਿਧਾਰਥ ਚਟੋਪਾਧਿਆਏ ਦਾ ਨਾਮ ਉੱਥੇ ਨਹੀਂ ਹੈਗਾ। ਉਹ ਇਸ ਲਈ ਨਹੀਂ ਹੈ ਕਿ ਜਿਹੜਾ ਸੁਪਰੀਮ ਕੋਰਟ ਦਾ ਫੇਰ ਇੱਕ ਫੈਸਲਾ ਹੈ ਕਿ ਰਿਟਾਇਰ ਹੋਣ ਤੋਂ ਪਹਿਲਾਂ DGP ਲੱਗਣ ਤੋਂ ਪਹਿਲਾਂ ਜਿਹੜਾ ਹੈਗਾ ਉਹ ਅਫਸਰ ਦੇ ਕੋਲੇ 6 ਮਹੀਨੇ ਘੱਟੋ ਘੱਟ ਹੋਣੇ ਚਾਹੀਦੇ ਨੇ। ਔਰ ਉਹਦੀਆਂ ਜਿਹੜੀਆਂ ਤਰੀਕਾਂ ਨੇ, ਪੰਜਾਬ ਸਰਕਾਰ ਸ਼ਾਇਦ 30 ਸਤੰਬਰ ਤੋਂ ਗੱਲ ਕਰ ਰਹੇ ਆ, ਤੇ ਉਦੋਂ ਕਹਿੰਦੇ ਸਰਕਾਰ ਜਿਹੜੀ UPSC ਹੈ, ਉਦੋਂ ਕਹਿੰਦੇ ਉਸ ਵੇਲੇ ਦਿਨਕਰ ਗੁਪਤਾ, ਜਦੋਂ ਤੁਸੀਂ ਗੱਲ ਕਰ ਰਹੇ ਹੋ ਸਿਧਾਰਥ ਚਟੋਪਾਧਿਆਏ ਦੀ ਗੱਲ ਕਰ ਰਹੇ ਹੋ, ਉਸ ਵੇਲੇ ਜਿਹੜੇ ਸੀਗੇ DGP ਆਲਰੇਡੀ ਇਨ ਪਲੇਸ ਸੀ। ਸੋ ਜਿਸ ਦਿਨ ਦਿਨਕਰ ਗੁਪਤਾ ਨੂੰ ਹਟਾਇਆ ਜਾਂਦਾ, ਉਸ ਤੋਂ ਬਾਅਦ ਹੀ ਸੋਚਿਆ ਜਾਊਗਾ ਦਿਨਕਰ ਗੁਪਤਾ ਦਾ ਜਿਹੜਾ ਸਕਸੈਸਰ ਹੈ, ਉਸ ਤੋਂ ਬਾਅਦ ਜੇ ਸੋਚਿਆ ਜਾਵੇ ਤਾਂ ਸਿਧਾਰਥ ਚਟੋਪਾਧਿਆਏ ਦੇ ਕੋਲੇ 6 ਮਹੀਨੇ ਨਹੀਂ ਬਚਦੇ। ਇਸ ਦੇ ਉੱਪਰ ਜਿਹੜੀ ਪੰਜਾਬ ਸਰਕਾਰ ਨੇ ਆਲਮੋਸਟ ਇਹ ਫੈਸਲਾ ਲੈ ਲਿਆ ਕਿ ਜਿਹੜਾ UPSC ਦਾ ਬਈ ਸਿਧਾਰਥ ਚਟੋਪਾਧਿਆਏ ਨੂੰ ਆਪਣਾ ਬਰਕਰਾਰ ਰੱਖਦੇ ਹੋਏ ਸੁਪਰੀਮ ਕੋਰਟ ਦੇ ਵਿੱਚ ਜਿਹੜਾ UPSC ਦਾ ਇਹ ਫੈਸਲਾ ਉਹਦੇ ਖਿਲਾਫ ਜਾਊਗੀ ਪੰਜਾਬ ਸਰਕਾਰ। ਪਰ ਨਾਲ ਦੀ ਗੱਲ ਵਾਸੂ ਜੀ, ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਕਿ 2-4 ਦਿਨ ਜਾਂ ਹਫ਼ਤਾ 10 ਦਿਨਾਂ ਦੇ ਅੰਦਰ ਅੰਦਰ ਚੋਣ ਜ਼ਾਬਤਾ ਲੱਗ ਜਾਣਾ, ਤੇ ਉਸ ਵੇਲੇ ਕਈ ਵਾਰੀ ਅਸੀਂ ਦੇਖਿਆ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਹੈ, ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਉਹ DGP ਆਪਣੀ ਮਰਜ਼ੀ ਦਾ ਲਾਉਂਦੇ ਨੇ। ਸੋ ਉਦੋਂ ਇਹ ਜਿਹੜੀ ਪੋਸਟਿੰਗ ਹੈ, ਇਹਦੇ ਉੱਤੇ ਜਿਹੜਾ ਹੁਣ ਇਸ ਵੇਲੇ ਵਾਵਰੋਲਾ ਜਾਂ ਇਹਦੇ ਉੱਤੇ ਇੰਨਾ ਜ਼ਿਆਦਾ ਇਹਨੂੰ ਇਸ਼ੂ ਬਣਾਉਣ ਦੀ ਗੱਲ ਮੇਰੇ ਹਿਸਾਬ ਦੇ ਨਾਲ ਜਿਹੜੀ ਹੈਗੀ ਕੋਈ ਹੁਣ ਵਾਜਿਬ ਨਹੀਂ ਰਹਿ ਜਾਂਦੀ। ਕਿਉਂਕਿ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਜਿਹੜਾ ਆਪਣਾ DGP ਲਾਉਣਾ ਜਾਂ ਸੈਟਅਪ ਜਿਹੜਾ ਬਣਨਾ, ਉਹ ਉਸ ਦੀ ਗੱਲ ਹੋਣੀ ਹੈ। ਤੇ ਜੇ ਉਹਨਾਂ ਨੂੰ ਲਾ ਵੀ ਦਿੱਤਾ ਜਾਵੇ ਤਾਂ ਇਹਦੇ 'ਚ ਕਿੰਨਾ ਕੁ ਅਸਰ ਹੋਏਗਾ ਸਿਧਾਰਥ ਚਟੋਪਾਧਿਆਏ ਦਾ, ਉਹ ਇਹ ਆਉਣ ਵਾਲੇ ਦੇਖਣ ਦੀ ਗੱਲ ਹੈ। ਕਿਉਂਕਿ ਮੇਰੇ ਹਿਸਾਬ ਦੇ ਨਾਲ ਮਾਰਚ ਦੇ ਵਿੱਚ ਸਿਧਾਰਥ ਚਟੋਪਾਧਿਆਏ ਵੈਸੇ ਹੀ ਰਿਟਾਇਰ ਹੋ ਜਾਣੇ ਜੀ। ਤੇ ਸਰਬਜੀਤ ਜੀ, ਜਦੋਂ ਸੰਯੁਕਤ ਕਿਸਾਨ ਮੋਰਚਾ ਨੇ ਐਲਾਨ ਕੀਤਾ ਕਿ ਉਹ ਇੱਕ ਪੋਲੀਟੀਕਲ ਪਾਰਟੀ ਬਣਾ ਰਹੇ ਨੇ, ਸੰਯੁਕਤ ਸਮਾਜ ਮੋਰਚਾ ਉਹਨਾਂ ਨੇ ਬਣਾਇਆ, ਉਸ ਤੋਂ ਬਾਅਦ ਇਹ ਕਿਆਸਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ ਕਿ ਹੋ ਸਕਦਾ ਹੈ ਕਿ ਇਹਨਾਂ ਦਾ ਕਿਸੇ ਕਿਸਮ ਦਾ ਗੱਠਜੋੜ ਹੋ ਜਾਏ ਆਮ ਆਦਮੀ ਪਾਰਟੀ ਦੇ ਨਾਲ। ਫਿਰ ਇੱਦਾਂ ਦੇ ਸੰਕੇਤ ਆਏ ਕਿ ਅਜਿਹਾ ਪੋਸੀਬਲ ਨਹੀਂ ਹੋਏਗਾ, ਪਰ ਅਜੇ ਵੀ ਲੱਗਦਾ ਕਿ ਕੋਈ ਗੁੰਜਾਇਸ਼ ਤਾਂ ਹੈਗੀ ਹੈ ਕਿ ਇੱਦਾਂ ਦਾ ਗੱਠਜੋੜ ਵੇਖਣ ਨੂੰ ਮਿਲ ਸਕਦਾ। ਵਾਸੂ ਜੀ, ਬਹੁਤ ਹੀ ਜਿਹੜੀ ਹੈਗੀ ਆ ਇਹ ਦਿਲਚਸਪ ਘਟਨਾਕ੍ਰਮ ਚੱਲ ਰਿਹਾ। ਅਸੀਂ ਪਹਿਲਾਂ 2 ਵਾਰੀ ਦੱਸ ਚੁੱਕੇ ਹਾਂ ਜਿਹੜੇ ਇਹ ਸੰਕੇਤ ਨੇ ਆਉਣ ਵਾਲੇ ਪੰਜਾਬ ਦੇ, ਜਿਹੜਾ ਚੋਣ ਮਾਹੌਲ ਕਿਹੋ ਜਿਹਾ ਹੋਣਾ, ਕਿ ਕਿਸਾਨ ਜਿਹੜੇ ਹੈਗੇ ਆ ਉਹ ਜਿਹੜਾ ਪਿੰਡੂ ਸਾਡਾ ਜਿਹੜਾ ਹੈਗਾ ਰੂਰਲ ਏਰੀਆਜ਼ ਨੇ, ਉਹਦੇ ਵਿੱਚ ਸੜਕਾਂ ਜਾਮ ਕਰ ਦਿੰਦੇ ਨੇ ਕਿ ਲੋਕੀ ਪ੍ਰਧਾਨ ਮੰਤਰੀ ਦੀ ਰੈਲੀ ਤੇ ਨਾ ਜਾ ਸਕਣ। ਜਿਹੜੇ ਸਰਕਾਰ ਦੇ ਮੁਲਾਜ਼ਮ ਨੇ ਉਹ ਚੀਫ ਮਿਨਿਸਟਰ ਦੀ ਸ਼ਹਿਰ ਦੇ ਵਿੱਚ, ਚੰਡੀਗੜ੍ਹ ਸ਼ਹਿਰ ਦੇ ਵਿੱਚ ਗੱਡੀਆਂ ਰੋਕ ਲੈਂਦੇ ਨੇ, ਔਰ ਤੁਸੀਂ ਆਏ ਦਿਨ ਕਿਤੇ ਮੰਤਰੀ ਘੇਰ ਲਿਆ, ਮੁੱਖ ਮੰਤਰੀ ਨੂੰ ਵੀ ਘੇਰ ਲੈਂਦੇ ਨੇ, ਰਜਿੰਦਰ ਕੌਰ ਪੱਠਲ ਨੂੰ ਵੀ ਘੇਰ ਲਿਆ, ਕਈ ਜਗ੍ਹਾ ਦੇ ਉੱਤੇ ਤੁਹਾਨੂੰ ਵੀਡੀਓਜ਼ ਮਿਲਣਗੀਆਂ, ਉਹ ਆ ਰਹੀਆਂ ਨੇ। ਹੁਣ ਜਿਹੜਾ ਗੱਲ ਇਹ ਹੈ ਜੀ, ਜਿਹੜੀਆਂ ਰਵਾਇਤੀ ਸਾਡੀਆਂ ਪਾਰਟੀਆਂ ਨੇ
ਉਹਨਾਂ ਦਾ ਕੀ ਹਾਲ ਹੋਣ ਵਾਲਾ, ਉਹਨਾਂ ਦੇ ਜਿਹੜੇ ਕੈਂਡੀਡੇਟਸ ਨੇ ਉਹਨਾਂ ਨੂੰ ਕੀ ਜਿਹੜੇ ਚੈਲੰਜਸ ਉਹਨਾਂ ਨੇ ਫੇਸ ਕਰਨੇ ਜਦੋਂ ਉਹਨਾਂ ਨੇ ਚੋਣ ਪ੍ਰਚਾਰ ਵਾਸਤੇ ਜਾਣਾ, ਇਹ ਸੰਕੇਤਕ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਮਾਹੌਲ ਕਿਹੋ ਜਿਹਾ ਹੋਏਗਾ। ਜਿਹੜਾ ਸੰਯੁਕਤ ਕਿਸਾਨ ਮੋਰਚੇ ਤੋਂ ਬਾਅਦ ਜਿਹੜਾ ਬਲਬੀਰ ਸਿੰਘ ਰਾਜੇਵਾਲ ਉਹਨਾਂ ਦੀ ਜਿਹੜੀ ਲੀਡਰਸ਼ਿਪ ਸੰਯੁਕਤ ਸਮਾਜ ਮੋਰਚਾ ਪਾਰਟੀ ਬਣਾਈ ਗਈ ਹੈ। ਪਹਿਲਾਂ ਤਾਂ ਉਹਦੀ ਪਾਰਟੀ ਬਣਾਉਣ ਦੇ ਉੱਤੇ ਵਿਵਾਦ ਨੇ ਕਿ ਕਿਸਾਨ ਜਥੇਬੰਦੀਆਂ ਉਹਦੇ ਉੱਤੇ ਕਈ ਸਹਿਮਤ ਨਹੀਂ, ਪਰ ਬਹੁਤ ਸਾਰੇ ਲੋਕ ਸਪੈਸ਼ਲੀ ਜਿਹੜੇ NRIs ਨੇ ਉਹਨਾਂ ਵੱਲੋਂ ਵੀ ਬੜਾ ਕਾਫੀ ਇਹਦੇ 'ਚ ਹੁੰਗਾਰਾ ਵੀ ਆ, ਇਹਦਾ ਪ੍ਰੈਸ਼ਰ ਵੀ ਆ ਕਿ ਕਿਸਾਨਾਂ ਨੂੰ ਜਿਹੜੀਆਂ ਚੋਣਾਂ ਲੜਨੀਆਂ ਚਾਹੀਦੀਆਂ ਨੇ। ਮੇਰੇ ਹਿਸਾਬ ਦੇ ਨਾਲ ਜਾਂ ਕਈ ਜਿਹੜੇ ਮਾਹਰ ਹੋਰ ਉਹਨਾਂ ਦੇ ਨਾਲ ਮੈਂ ਜਦੋਂ ਗੱਲ ਕਰਦਾ ਉਹ ਕਹਿੰਦੇ ਜੀ ਕਿਉਂਕਿ ਮੋਰਚੇ ਤੋਂ ਸਿੱਧੀ ਜਾ ਕੇ ਚੋਣਾਂ 'ਚ ਪਹੁੰਚਣ ਦਾ ਬੇਸ਼ੱਕ ਆਰਗੇਨਾਈਜੇਸ਼ਨਲ ਤਾਂ ਹੈਗਾ ਢਾਂਚਾ ਜਿਹੜਾ ਕਿਸਾਨ ਜਥੇਬੰਦੀਆਂ ਦੇ ਕੋਲੇ, ਪਰ ਚੋਣਾਂ ਲੜਨ ਵਾਸਤੇ ਸ਼ਾਇਦ ਇਹ ਤਿਆਰ ਨਾ ਹੋਣ। ਸੋ ਰਵਾਇਤੀ ਪਾਰਟੀਆਂ ਦੇ ਨਾਲ ਤਾਂ ਨਹੀਂ ਗਏ। ਹੁਣ ਅਸੀਂ ਵਾਸੂ ਜੀ ਰੋਜ਼ ਦੇਖਦੇ ਹਾਂ ਕੋਈ BJP ਦਾ ਲੀਡਰ ਜਿਹੜਾ ਹੈਗਾ ਜੀ ਉਹ ਅਕਾਲੀ ਦਲ ਚ ਆ ਜਾਂਦਾ, ਅਕਾਲੀ ਦਲ ਵਾਲੇ BJP ਚਲੇ ਜਾਂਦੇ, ਕਾਂਗਰਸ ਵਾਲਿਆਂ ਨੇ ਤਾਂ ਲਾਈਨ ਲਾਈ ਪਈ ਹੈ ਜੀ, ਉਹਨਾਂ ਦੇ ਤਾਂ MLA ਟੁੱਟ ਕੇ ਜਾ ਰਹੇ ਨੇ। ਪਰ ਇੱਕ ਬੜੀ ਹੀ ਅਹਿਮ ਗੱਲ ਆ ਕਿ ਕਿਸਾਨ ਨੇਤਾ ਜਿਹੜੇ ਕਿਸਾਨ ਜਥੇਬੰਦੀਆਂ ਜਿਨ੍ਹਾਂ ਨੇ ਅੰਦੋਲਨ ਹੁਣ ਤੱਕ ਕੀਤਾ, ਉਹਨਾਂ ਹੁਣ ਤੱਕ ਅੱਜ ਦੀ ਗੱਲ ਜਦੋਂ ਅਸੀਂ ਗੱਲ ਕਰ ਰਹੇ ਹਾਂ ਉਹ ਕਿਸੇ ਰਵਾਇਤੀ ਪੋਲੀਟੀਕਲ ਪਾਰਟੀ ਦੇ ਨਾਲ ਉਹਨਾਂ ਦਾ ਗੱਠਜੋੜ ਨਹੀਂ ਹੋਇਆ। ਆਮ ਆਦਮੀ ਪਾਰਟੀ ਨੂੰ ਫਿਲਹਾਲ ਹਾਲੇ ਵੀ ਪੰਜਾਬ ਦੇ ਵਿੱਚ ਬੇਸ਼ੱਕ ਉਹਦੇ ਬਹੁਤ ਆਲੋਚਨਾ ਵੀ ਹੁੰਦੀ ਆ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਨਾਲ ਜਾਂ ਉਹਨਾਂ ਦੇ ਪਿਛਲੀਆਂ ਅਸੈਂਬਲੀ ਦੀਆਂ ਚੋਣਾਂ ਤੋਂ ਬਾਅਦ ਜਿਹੜਾ ਉਹਨਾਂ ਨੇ ਸਾਰਾ ਕੰਮ ਕਰਨ ਦਾ ਢੰਗ ਤਰੀਕਾ ਰਿਹਾ, ਜਾਂ ਜੋ ਜਿਵੇਂ ਉਹਨਾਂ ਦੇ MLA ਵੀ ਜਾਂ MP ਵੀ ਛੱਡ ਕੇ ਗਏ ਉਹਦੀ ਵੀ ਆਲੋਚਨਾ ਬੜੀ ਹੁੰਦੀ ਆ। ਪਰ ਆਮ ਆਦਮੀ ਪਾਰਟੀ ਨੂੰ ਹਾਲੇ ਫਿਲਹਾਲ ਜਿਹੜੀ ਰਵਾਇਤੀ ਪੋਲੀਟੀਕਲ ਪਾਰਟੀਆਂ 'ਚ ਸ਼ਮੂਲੀਅਤ ਨਹੀਂ ਮਿਲਦੀ। ਸੋ ਕਿਸਾਨਾਂ ਦੇ ਕੋਲੇ ਸਿਰਫ ਜਿਹੜੇ ਹੈਗੇ ਦੋ ਹੀ ਜਿਹੜੀਆਂ ਆਪਸ਼ਨਸ ਅਵੇਲੇਬਲ ਨੇ, ਜਾਂ ਤਾਂ ਖੱਬੇ ਪਾਰਟੀਆਂ ਦੇ ਨਾਲ ਜਿਹੜੀਆਂ ਹੈਗੀਆਂ ਕਮਿਊਨਿਸਟਾਂ ਦੀਆਂ ਪਾਰਟੀਆਂ ਦੇ ਨਾਲ ਚਲੇ ਜਾਣ, ਜਾਂ ਫਿਰ ਆਮ ਆਦਮੀ ਪਾਰਟੀ ਦੇ ਨਾਲ। ਸੋ ਕਮਿਊਨਿਸਟ ਜਿਹੜੀਆਂ ਪਾਰਟੀਆਂ ਨੇ ਉਹਨਾਂ ਦਾ ਇਸ ਵੇਲੇ ਪੰਜਾਬ ਦੇ ਵਿੱਚ ਕੋਈ ਬੜਾ ਆਧਾਰ ਰਿਹਾ ਨਹੀਂ, ਉਹਨਾਂ ਦੀ ਜਿਹੜੇ ਕਾਡਰ ਨੇ ਉਹ ਬਹੁਤ ਸੁੰਗੜ ਗਏ ਨੇ। ਮੇਰੇ ਜਿਹੜੀਆਂ ਪਿਛਲੀਆਂ ਜਿਹੜੀਆਂ ਚੋਣਾਂ ਦੀ ਜਿਹੜੀ ਡਿਟੇਲ ਦੇਖੀ ਜਾਵੇ ਸ਼ਾਇਦ 2% ਤੋਂ ਵੀ ਘੱਟ ਵੋਟ ਹੁਣ ਕਮਿਊਨਿਸਟ ਪਾਰਟੀਆਂ ਨੂੰ ਪੰਜਾਬ 'ਚ ਪੈਂਦੀ ਹੈ। ਸੋ ਆਮ ਆਦਮੀ ਪਾਰਟੀ ਦੇ ਕੋਲੇ 24-25% ਵੋਟ ਸੀ ਪਿਛਲੀ ਵਾਰੀ ਵੀ, ਤੇ ਜਿਹੜੇ ਪਿਛਲੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਉਦੋਂ ਵੀ 20-22% ਵੋਟ ਆਮ ਆਦਮੀ ਪਾਰਟੀ ਨੇ ਪਾਈ ਹੈ। ਸੋ ਜੇ ਆਮ ਆਦਮੀ ਪਾਰਟੀ ਦੇ ਨਾਲ ਰਲ ਕੇ ਕੋਈ ਗੱਠਜੋੜ ਬਣਦਾ ਕਿਸਾਨਾਂ ਦਾ, ਔਰ ਕਿਸਾਨ ਕਿਉਂਕਿ ਜਿਹੜਾ ਮੂਲਤਰ ਜਿਹੜਾ ਹੈਗਾ ਸਾਡਾ ਦਿਹਾਤੀ ਏਰੀਆ ਵਾ, ਜਿਹੜਾ ਰੂਰਲ ਏਰੀਆਜ਼ ਨੇ ਉਹਨਾਂ ਦੇ ਵਿੱਚ ਉਹਨਾਂ ਦਾ ਕੰਟਰੋਲ ਜ਼ਿਆਦਾ ਆ। ਸ਼ਹਿਰਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੁਝ ਲੈਵਲ ਤੇ ਤੁਹਾਨੂੰ ਮਿਲ ਜਾਂਦੀ ਹੈ, ਕਸਬਿਆਂ ਦੇ ਵਿੱਚ ਦੋਨਾਂ ਦਾ ਆਧਾਰ ਹੈਗਾ। ਸੋ ਇੱਕ ਲੈਵਲ ਦੇ ਉੱਤੇ ਇੱਕ ਫਰੰਟ ਬਣਾਉਣ ਦੀ ਜਿਹੜੀ ਕੋਸ਼ਿਸ਼ ਸੀ, ਜਾਂ ਜਿਹੜੀ ਕਹਿ ਸਕਦੇ ਆ ਬੜੀ ਦੇਰ ਤੋਂ ਲੰਬਾ ਚਿਰ ਤੋਂ ਇਹ ਗੱਲ ਚੱਲਦੀ ਆ ਰਹੀ ਹੈ ਕਿ ਇੱਕ ਬਦਲ ਦੀ ਲੋੜ ਹੈ, ਸਿਆਸੀ ਬਦਲ ਔਰ ਸਿਆਸਤ ਦੇ ਵਿੱਚ ਬਦਲ। ਕਿਸਾਨ ਜਥੇਬੰਦੀਆਂ ਜਿਹੜੀਆਂ ਹੈਗੀਆਂ ਉਹ ਸਿਆਸਤ ਦੇ ਵਿੱਚ ਬਦਲ ਕਾਫੀ ਲੈ ਕੇ ਆਈਆਂ ਨੇ। ਉਹਨਾਂ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਨਤੀਜੇ ਨਿਕਲਦੇ ਉਹ ਦੇਖਣ ਵਾਲੇ ਹੋਣਗੇ। ਪਰ ਮੈਂ ਆਪਣੇ ਸਰੋਤਿਆਂ ਨੂੰ ਇੱਕ ਗੱਲ ਦੇ ਉੱਤੇ ਬਹੁਤ ਇਹਨਾਂ ਨੂੰ ਵਾਰਨਿੰਗ ਦੇਣੀ ਚਾਹੁੰਦਾ ਕਿ ਜਿਹੜੀ ਸਿਆਸਤ ਦੇ ਵਿੱਚ ਬਦਲ ਹੁੰਦਾ ਉਹਦਾ ਕਈ ਵਾਰੀ ਜਿਹੜਾ ਇਲੈਕਟੋਰਲ ਅਰਿਥਮੈਟਿਕ ਆ ਜਾਂ ਚੋਣਾਂ ਦਾ ਜਿਹੜੇ ਰਿਜ਼ਲਟ ਨੇ ਉਹਨਾਂ ਦਾ ਆਪਸ 'ਚ ਬੜਾ ਕੋਈ ਸਿੱਧਾ ਸੰਬੰਧ ਨਹੀਂ ਹੁੰਦਾ। ਹੁਣ ਤੁਸੀਂ ਇਹ ਦੇਖੋ ਚੰਡੀਗੜ੍ਹ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਇਲੈਕਸ਼ਨ ਹੋਈਆਂ, ਮੈਂ ਉਹਦੀ ਉਦਾਹਰਨ ਦੇਣਾ ਚਾਹੁੰਦਾ। ਛੋਟਾ ਸ਼ਹਿਰ ਹੈ ਕੰਪੇਅਰ ਟੂ ਪੰਜਾਬ, ਪਰ ਇਹਦੇ 'ਚ ਗੱਲ ਸਾਹਮਣੇ ਆ ਜਾਂਦੀ ਹੈ। ਆਮ ਆਦਮੀ ਪਾਰਟੀ ਨੇ ਐਤਕੀ ਉੱਥੇ ਜਿਹੜੀਆਂ ਸੀਟਾਂ ਹੋਈਆਂ ਉਹ 'ਚ 14 ਸੀਟਾਂ ਜਿੱਤੀਆਂ, 35 ਦੇ ਉੱਤੇ ਰਿਜ਼ਲਟ ਹੋਇਆ, ਇਲੈਕਸ਼ਨ ਹੋਏ ਸੀ, ਉਹ 'ਚ 14 ਸੀਟਾਂ ਸਭ ਤੋਂ ਵੱਡੀ ਪਾਰਟੀ ਆਮ ਆਦਮੀ ਆਈ। ਤਾਂ ਦੂਸਰੇ ਨੰਬਰ ਦੇ ਉੱਤੇ ਆਈ BJP, ਉਹਦੀਆਂ 12 ਸੀਗੀਆਂ, ਤੇ ਕਾਂਗਰਸ ਆਈ 8 ਸੀਟਾਂ ਤੇ ਉਹ ਤੀਜੇ ਨੰਬਰ ਤੇ ਸੀ। ਹੁਣ ਜਿਹੜੀ ਜੇ ਅਸੀਂ ਧਿਆਨ ਨਾਲ ਦੇਖੀਏ ਵਾਸੂ ਜੀ, ਬੜਾ ਇੰਟਰਸਟਿੰਗ ਤੁਹਾਨੂੰ ਸਟੈਟਿਸਟਿਕਸ ਮਿਲੇ ਉਹ ਇਹ ਆ ਕਿ ਕਾਂਗਰਸ ਦੀਆਂ ਵੋਟਾਂ ਜ਼ਿਆਦਾ ਸੀ, ਉਹ 29% ਵੋਟਾਂ ਸੀ, ਸੀਟਾਂ ਆਈਆਂ 8, ਤੇ ਆਮ ਆਦਮੀ ਪਾਰਟੀ ਦੀਆਂ ਸੀਟਾਂ ਸਭ ਤੋਂ ਆਈਆਂ 14, ਤੇ ਉਹਨਾਂ ਦੀਆਂ ਜਿਹੜੀਆਂ ਤਿੰਨੇ ਪਾਰਟੀਆਂ ਦੇ ਵਿੱਚ ਜਿਹੜੀ ਵੋਟ ਜਿਹੜੀ ਪਰਸੈਂਟੇਜ ਸੀ ਉਹ ਘੱਟ ਸੀ, ਉਹਨਾਂ ਦੀ 24% ਵੋਟ 22% ਵੋਟਾਂ ਸੀਗੀਆਂ। ਸੋ ਇਹ ਜਿਹੜਾ ਹੈਗਾ ਇਲੈਕਟੋਰਲ ਅਰਿਥਮੈਟਿਕ ਜਿਹਨੂੰ ਮੈਂ ਕਹਿੰਦਾ ਹੁੰਦਾ ਵੀ ਇਹ ਕਿੱਧਰ ਨੂੰ ਤੁਰ ਜਾਣਾ ਉਹ ਨਹੀਂ ਪਤਾ ਲੱਗਦਾ। ਸੋ ਜੇ ਇਹ ਕੱਲ ਨੂੰ ਕਿਸਾਨ ਨੇਤਾ ਜੇ ਨਹੀਂ ਜਿੱਤਦੇ, ਉਹਨਾਂ ਦੀਆਂ ਸੀਟਾਂ ਨਹੀਂ ਮਿਲਦੀਆਂ, ਇਹਦਾ ਮਤਲਬ ਇਹ ਨਹੀਂ ਹੈ ਕਿ ਸਿਆਸਤ ਦੇ ਵਿੱਚ ਉਹਨਾਂ ਦਾ ਪ੍ਰਭਾਵ ਘਟ ਗਿਆ। ਉਹਨੂੰ ਸਾਨੂੰ ਮੰਨਣਾ ਨਹੀਂ ਚਾਹੀਦਾ, ਕਿਉਂਕਿ ਸਿਆਸਤ ਦੇ ਵਿੱਚ ਜਿਹੜਾ ਬਦਲ ਆਉਂਦਾ ਉਹ ਹੌਲੀ ਹੌਲੀ ਆਉਂਦਾ।
ਚੋਣਾਂ ਦਾ ਰਿਜ਼ਲਟ ਤਾਂ 15 ਦਿਨਾਂ ਦੀ ਗੱਲ ਹੁੰਦੀ ਹੈ ਨਾ, ਵੀ ਵੋਟਾਂ ਕਿਵੇਂ ਪੈ ਗਈਆਂ ਤੇ ਔਰ ਇੱਕ ਜਿਹੜੇ ਲੋਕਲ ਪ੍ਰਸਥਿਤੀਆਂ ਕਿਹੋ ਜਿਹੀਆਂ ਬਣੀਆਂ ਉਹਦੇ 'ਚ ਨਿਰਭਰ ਕਰਦਾ। ਜੀ। ਸੋ ਇਸ ਤੋਂ ਨਿਰਾਸ਼ ਹੋ ਕੇ ਗੈਰ ਜਮਹੂਰੀ ਤੌਰ ਤਰੀਕਿਆਂ ਵੱਲ ਬਈ ਤੁਹਾਡੇ ਸਪੋਰਟਰ ਨਾ ਜਾਣ, ਇਹ ਕਿਸਾਨ ਜਥੇਬੰਦੀਆਂ ਵਾਸਤੇ ਬਹੁਤ ਵੱਡਾ ਚੈਲੰਜ ਹੈ ਕਿ ਜੇ ਉਹੋ ਜਿਹੀ ਇਲੈਕਟੋਰਲ ਸਕਸੈਸ ਨਹੀਂ ਮਿਲਦੀ ਜੀ ਤਾਂ ਫਿਰ ਲੋਕੀ ਜਮਹੂਰੀ ਤੌਰ ਤਰੀਕਿਆਂ ਤੋਂ ਅਲੱਗ ਨਾ ਹੋਣ। ਕਿਸਾਨ ਜਥੇਬੰਦੀਆਂ ਨੂੰ ਜਮਹੂਰੀਅਤ ਦੇ ਵਿੱਚ, ਕਿਉਂਕਿ ਜਿਹੜੀ ਕਿਸਾਨ ਅੰਦੋਲਨ ਦਾ ਜਿਹੜੀ ਕਾਮਯਾਬੀ ਆ ਜਾਂ ਫਤਿਹ ਆ ਉਹ ਜਮਹੂਰੀ ਤੌਰ ਤਰੀਕਿਆਂ ਦੇ ਕਰਕੇ ਹੋਈ ਹੈ। ਸੋ ਉਸ ਤੋਂ ਵੀ ਲੋਕੀ ਦੂਰ ਨਾ ਹੋ ਜਾਣ, ਇਹ ਵੀ ਕਿਸਾਨ ਜਥੇਬੰਦੀਆਂ ਦੀ ਹੁਣ ਇਸ ਵੇਲੇ ਬਹੁਤ ਵੱਡੀ ਚੁਣੌਤੀ ਹੈ ਤੇ ਉਹਨਾਂ ਦੀ ਜ਼ਿੰਮੇਵਾਰੀ ਵੀ ਬਣਦੀ। ਸਰਬਜੀਤ ਪੰਦੇਰ ਜੀ, ਸਾਰੀਆਂ ਖਬਰਾਂ ਸਾਂਝੀਆਂ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਜ ਦੇ ਸੈਗਮੈਂਟ ਨੂੰ ਇੱਥੇ ਹੀ ਵਾਈਂਡ ਅਪ ਕਰਾਂਗੇ ਤੇ ਕੱਲ ਫਿਰ ਗੱਲਬਾਤ ਹੋਏਗੀ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਵੈਰੀ ਮਚ।